ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਕੈਨੇਡੀਅਨ ਸੱਥ ਟੀਵੀ। ਮੈਂ ਤੁਹਾਡੇ ਨਾਲ ਤਜਿੰਦਰ ਔਰ ਅੱਜ ਮੇਰੇ ਨਾਲ ਤੁਸੀਂ ਫਰੇਮ ਦੇ ਵਿੱਚ ਇੱਕ ਸ਼ਖਸੀਅਤ ਨੂੰ ਦੇਖ ਰਹੇ ਹੋ। ਇਹਨਾਂ ਬਾਰੇ ਥੋੜਾ ਜਿਹਾ ਮੈਂ ਤਾਰੂਫ ਕਰਾ ਦਿਆਂ। ਮੇਰੇ ਨਾਲ ਸਰਦਾਰ ਮਨਮੋਹਨ ਸਿੰਘ ਵਾਲੀਆ ਜੀ ਨੇ, ਜੋ ਕਿ ਮਿਸੀਸਾਗਾ ਸੀਨੀਅਰਸ ਕਲਚਰਲ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਵੀ ਨੇ। ਔਰ ਅੱਜ ਮੇਰੇ ਨਾਲ ਕਿਉਂ ਫਰੇਮ ਦੇ ਵਿੱਚ ਨੇ, ਸਟੂਡੀਓ ਦੇ ਵਿੱਚ ਕਿਉਂ ਆਏ ਆ, ਉਹਦੀ ਇੱਕ ਖਾਸ ਵਜ੍ਹਾ ਹੈ। ਉਹਦੇ ਬਾਰੇ ਗੱਲਬਾਤ ਕਰਾਂਗੇ। ਅੱਜ ਕੈਨੇਡਾ ਦੇ ਵਿੱਚ ਵੀ ਖਾਲਸਾ ਸਾਜਨਾ ਦਿਵਸ ਜਿਹੜਾ ਮਨਾਇਆ ਜਾ ਰਿਹਾ, ਔਰ ਨਾਲ ਦੇ ਨਾਲ ਵਿਸਾਖੀ ਵੀ ਜਿਹੜੀ ਹੈ ਧੂਮਧਾਮ ਨਾਲ ਮਨਾਈ ਜਾ ਰਹੀ ਹੈ। ਔਰ ਕੁਝ ਇਵੈਂਟ ਪਹਿਲਾਂ ਹੋ ਗਏ ਆ, ਕੁਝ ਫਿਊਚਰ ਦੇ ਵਿੱਚ ਹੋਣੇ ਆ। ਵਿਸਾਖੀ ਦੇ ਬਾਰੇ ਗੱਲ ਕਰਾਂਗੇ, ਖਾਲਸਾ ਸਾਜਨਾ ਦਿਵਸ ਦੇ ਬਾਰੇ ਵੀ ਜ਼ਿਕਰ ਹੋਏਗਾ। ਕੈਨੇਡਾ ਦੇ ਵਿੱਚ ਸਿੱਖਾਂ ਦੀ ਜਿਹੜੀ ਅਹਿਮੀਅਤ ਹੈ ਔਰ ਸਿੱਖ ਕਿਵੇਂ ਇੱਥੇ ਵਿਚਰਦੇ ਔਰ ਇਹ ਸਾਰਾ ਕਲਚਰ ਜਿਹੜਾ ਇੱਥੇ ਆ ਚੁੱਕਿਆ, ਥੋੜੀ ਬਹੁਤ ਉਹਦੇ ਬਾਰੇ ਗੱਲ ਕਰਾਂਗੇ। ਸੀਨੀਅਰਸ ਦੀ ਜੇ ਮੈਂ ਗੱਲ ਕਰਾਂ, ਤੁਸੀਂ ਸਾਨੂੰ ਜਾਣਦੇ ਹੋ, ਕੈਨੇਡੀਅਨ ਸੱਥ ਟੀਵੀ ਦੇ ਉੱਪਰ ਤੁਸੀਂ ਬਹੁਤ ਸਾਰੇ ਇੰਟਰਵਿਊ ਸੁਣੇ ਆ, ਦੇਖੇ ਆ ਸਾਡੇ ਬਜ਼ੁਰਗਾਂ ਦੇ, ਤੇ ਤੁਸੀਂ ਬਹੁਤ ਪਿਆਰ ਵੀ ਦਿੱਤਾ ਹੈ। ਅਕਸਰ ਉਹਨਾਂ ਦੀਆਂ ਗੱਲਾਂ ਦੇ ਵਿੱਚ ਇੱਕ ਸ਼ਿਕਾਇਤ ਹੁੰਦੀ ਹੈ ਕਿ ਅਸੀਂ ਕਰੀਏ ਕੀ, ਸਾਡੇ ਕੋਲੇ ਕੰਮ ਨਹੀਂ ਹੈਗਾ, ਜਾਂ ਅਸੀਂ ਫ੍ਰੀ ਆ, ਰਿਟਾਇਰਡ ਆ, ਜਾਂ ਇਹ ਸਾਨੂੰ ਮਿੱਠੀ ਜੇਲ੍ਹ ਲੱਗਦੀ ਹੈ। ਇਸ ਤੋਂ ਇਲਾਵਾ ਘਰਾਂ ਦੀ ਵੀ ਕੁਝ ਜਿਹੜੀਆਂ ਪ੍ਰੋਬਲਮਸ ਪਰਸਨਲ ਸਾਹਮਣੇ ਆਈਆਂ ਨੇ, ਤੁਸੀਂ ਸਾਰਾ ਕੁਝ ਸੁਣਿਆ ਹੋਇਆ। ਇਹਨਾਂ ਦੇ ਉੱਪਰ ਵੀ ਜਿਹੜੀ ਆ ਗੱਲ ਥੋੜੀ ਜੀ ਹੋਏਗੀ ਔਰ ਇਹਨਾਂ ਉੱਪਰ ਵਰਕ ਵੀ ਕਰਦੇ ਆ ਵਾਲੀਆ ਸਾਹਿਬ। ਔਰ ਵਾਲੀਆ ਸਾਹਿਬ ਆਪਣੀ ਕਮਿਊਨਿਟੀ ਦੇ ਵਿੱਚ, ਸਿੱਖਾਂ ਦੇ ਵਿੱਚ ਤਾਂ ਚਲੋ ਇੱਕ ਪ੍ਰੋਮੀਨੈਂਟ ਪਰਸਨੈਲਿਟੀ ਹੈ ਹੀ ਆ। ਔਰ ਜੇ ਆਪਾਂ ਵਾਲੀਆਸ ਦੀ ਗੱਲ ਕਰੀਏ ਤਾਂ ਵਰਲਡ ਵਾਈਡ ਬਹੁਤ ਵੱਡਾ ਇੱਕ ਨੈਟਵਰਕ ਹੈ, ਉਹਨੂੰ ਵੀ ਲੀਡ ਕਰਦੇ। ਔਰ ਕੈਨੇਡਾ ਦੇ ਵਿੱਚ ਪਿਛਲੇ 17 ਸਾਲ ਤੋਂ ਨੇ, ਬਿਜ਼ਨਸ ਵੀ ਕਰਦੇ ਆ। ਔਰ ਦੇਖਣ ਨੂੰ ਲੱਗੂਗਾ ਕਿ ਸ਼ਾਇਦ ਮੇਰੇ ਤੋਂ ਥੋੜੇ ਹੀ ਵੱਡੇ ਨੇ, ਬਟ ਸੀਨੀਅਰ ਕੈਟਾਗਰੀ। ਔਰ ਬੜੇ ਫਿੱਟ ਉਹਨਾਂ ਨੇ ਆਪਣੇ ਨੂੰ ਰੱਖਿਆ। ਔਰ ਪਿਛੋਕੜ ਦੀ ਜੇ ਗੱਲ ਕਰਾਂ ਤਾਂ ਮੇਰਾ ਜ਼ਿਲ੍ਹਾ ਲੁਧਿਆਣਾ ਹੈ ਨਿੱਜੀ ਤੌਰ 'ਤੇ, ਔਰ ਵਾਲੀਆ ਸਾਹਿਬ ਵੀ ਲੁਧਿਆਣੇ ਦੇ ਨੇ। ਔਰ ਅਸੀਂ ਕਾਫੀ ਗੱਲਾਂ ਬਾਤਾਂ ਕਰ ਲਈਆਂ, ਬਹੁਤ ਇੰਟਰਸਟਿੰਗ ਕਿਸੇ ਕਹਾਣੀਆਂ ਵਾਲੀਆ ਸਾਹਿਬ ਕੋਲੇ ਹੈਗੇ ਨੇ। ਅੱਜ ਥੋੜੀ ਫੋਕਸਡ ਗੱਲ ਰਹੇਗੀ, ਬਟ ਕੋਸ਼ਿਸ਼ ਕਰਾਂਗੇ ਅੱਗੇ ਵੀ ਵਾਲੀਆ ਸਾਹਿਬ ਨਾਲ ਅਸੀਂ ਰਾਬਤਾ ਕਰਦੇ ਰਹੀਏ ਔਰ ਚੰਗੀਆਂ ਚੀਜ਼ਾਂ ਤੁਹਾਡੇ ਤੱਕ ਲੈ ਕੇ ਆਈਏ। ਸੋ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਵਾਲੀਆ ਸਾਹਿਬ, ਸਵਾਗਤ ਹੈ ਕੈਨੇਡੀਅਨ ਸੱਥ ਟੀਵੀ ਦੇ ਉੱਪਰ ਜੀ। ਸਤਿ ਸ਼੍ਰੀ ਅਕਾਲ ਜੀ, ਤੁਹਾਨੂੰ ਵੀ ਬਹੁਤ ਪਿਆਰ ਸਤਿ ਸ਼੍ਰੀ ਅਕਾਲ, ਤੇ ਤੁਹਾਡੇ ਸਾਰੇ ਦਰਸ਼ਕਾਂ ਨੂੰ ਵੀ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ ਅਰਜ਼ ਹੈ ਜੀ। ਵੈਲਕਮ ਇੱਕ ਵਾਰੀ ਫਿਰ ਵਾਲੀਆ ਸਾਹਿਬ। ਥੈਂਕ ਯੂ। ਤੇ ਥੋੜਾ ਜਿਹਾ ਤੁਸੀਂ ਮੈਂ ਚਾਹੂੰਗਾ, ਥੋੜਾ ਜਿਹਾ ਮੈਂ ਦੱਸਿਆ, ਥੋੜਾ ਤੁਸੀਂ ਖੁਦ ਵੀ ਦੱਸ ਦਿਓ ਵੀ ਮੋਟੀ ਮੋਟੀ ਗੱਲ, ਕੈਨੇਡਾ ਕਦੋਂ ਆਏ ਤੇ ਸੋ ਫਾਰ ਐਕਸਪੀਰੀਅੰਸ ਕਿਵੇਂ ਰਿਹਾ ਕੈਨੇਡਾ ਦਾ? ਬਹੁਤ ਵਧੀਆ ਤੁਸੀਂ ਕੁਐਸਚਨ ਕੀਤਾ ਜੀ। ਮੈਂ ਜਿਵੇਂ ਤੁਸੀਂ ਦੱਸਿਆ, ਮੇਰਾ ਨਾਮ ਜੀ ਮਨਮੋਹਨ ਸਿੰਘ ਵਾਲੀਆ, ਔਰ ਬੈਕ ਹੋਮ ਇੰਡੀਆ 'ਚ ਮੈਂ ਲੁਧਿਆਣੇ ਤੋਂ ਬਿਲੋਂਗ ਕਰਦਾ। ਲੁਧਿਆਣੇ ਦੇ ਵਿੱਚ ਬੈਕ ਹੋਮ ਇੰਡੀਆ ਦੇ ਵਿੱਚ ਮੈਂ ਇੰਸ਼ੋਰੈਂਸ ਕੰਪਨੀ ਦਾ, ਓਰੀਐਂਟਲ ਇੰਸ਼ੋਰੈਂਸ ਕੰਪਨੀ 'ਚ ਮੈਂ ਐਜ਼ ਏ ਬ੍ਰਾਂਚ ਮੈਨੇਜਰ ਕੰਮ ਕਰਦਾ ਸੀ ਜੀ। ਕਾਫੀ 30 ਕੁ ਸਾਲ ਦੇ ਕਰੀਬ ਮੇਰਾ ਇੰਸ਼ੋਰੈਂਸ ਦਾ ਉੱਥੇ ਦਾ ਤਜਰਬਾ ਰਿਹਾ ਜੀ। ਔਰ ਮੇਰੀ ਅਜੇ ਕੁਝ ਜੌਬ ਰਹਿੰਦੀ ਸੀ, ਪਰ ਆਈ ਟੁੱਕ ਵੋਲੰਟਰਲੀ ਰਿਟਾਇਰਮੈਂਟ ਲੈ ਲਈ ਸੀ 7 ਕੁ ਸਾਲ ਪਹਿਲੇ ਹੀ। ਤੇ ਮੈਂ ਤਕਰੀਬਨ 17 ਸਾਲ ਪਹਿਲੇ ਇੱਥੇ ਕੈਨੇਡਾ 'ਚ ਆਇਆ। ਮੇਰੇ 2 ਬੱਚੇ ਨੇ ਜੀ, ਇੱਕ ਬੇਟਾ ਇੱਕ ਬੇਟੀ, ਔਰ ਦੋਨੇ ਹੀ ਕੈਨੇਡੀਅਨ ਸਿਟੀਜ਼ਨ ਨੇ। ਔਰ ਵਿਦ ਦੀ ਗ੍ਰੇਸ ਆਫ ਗॉड, ਪਰਮਾਤਮਾ ਦੀ ਮਿਹਰ ਦੇ ਨਾਲ, ਮੇਰੀ ਬੇਟੀ ਦੇ ਵੀ 2 ਬੇਟੇ ਨੇ, ਮੇਰੇ ਬੇਟੇ ਦੇ ਵੀ 2 ਬੇਟੇ ਨੇ, ਉਹ ਕੈਨੇਡੀਅਨ ਬੋਰਨ ਆ। ਅਸੀਂ ਸਾਰੇ ਹੀ ਹੁਣ ਸਿਟੀਜ਼ਨ ਆ। ਔਰ ਜੇਕਰ ਇਹ ਨਹੀਂ ਕਿ ਮੈਨੂੰ ਕੋਈ ਇੰਡੀਆ 'ਚ ਕਿਸੇ ਗੱਲ ਦੀ ਪ੍ਰੋਬਲਮ ਸੀ, ਪਰਮਾਤਮਾ ਦਾ ਦਿੱਤਾ ਸਭ ਕੁਝ ਸੀਗਾ, ਬਟ ਮੈਂ 100% ਕੌਨਫੀਡੈਂਸ ਦੇ ਨਾਲ ਕਹਿਣਾ, ਆਈ ਲਵ ਕੈਨੇਡਾ। ਜੋ ਕੈਨੇਡਾ ਦੇ ਵਿੱਚ ਫੈਸਿਲਿਟੀਜ਼, ਜੋ ਕੈਨੇਡਾ ਦੇ ਵਿੱਚ ਮਾਹੌਲ ਹੈ ਨਾ, ਅਸੀਂ ਸਾਰੇ ਪਸੰਦ ਕਰਦੇ ਹਾਂ ਜੀ। ਅੱਛਾ, ਸੋ ਇਹਦੇ ਬਾਰੇ ਥੋੜੀ ਲਾਸਟ 'ਚ ਮੈਂ ਗੱਲ ਕਰੂੰਗਾ ਬਜ਼ੁਰਗਾਂ ਦੇ, ਸੀਨੀਅਰਸ ਦੇ। ਤੁਹਾਡਾ ਕਲੱਬ ਐਸੋਸੀਏਸ਼ਨ ਵੀ ਹੈ। ਥੋੜਾ ਜਿਹਾ ਜੇ ਆਪਾਂ ਅੱਜ ਗੱਲ ਦੀ ਸ਼ੁਰੂਆਤ ਕਰੀਏ, ਵਿਸਾਖੀ ਦਾ ਦਿਹਾੜਾ ਹੈਗਾ ਜੀ। ਔਰ ਕੈਨੇਡਾ ਵਿੱਚ ਵੀ ਹੁਣ ਸਿੱਖਾਂ ਦੀ ਗਿਣਤੀ, ਪੰਜਾਬੀਆਂ ਦੀ ਗਿਣਤੀ ਬਹੁਤ ਵੱਡੇ ਪੱਧਰ ਤੇ ਹੈਗੀ ਹੈ। ਔਰ ਪਿਛਲੇ ਕਾਫੀ, ਔਰ ਈਵਨ ਸਿੱਖ ਹੈਰੀਟੇਜ ਮੰਥ ਦੀ ਗੱਲ ਵੀ ਕਰਾਂਗੇ ਕਿ ਆਲਮੋਸਟ 100 ਸਾਲ ਤੋਂ ਉੱਪਰ ਜਿਹੜੇ ਆ ਪੰਜਾਬੀਆਂ ਨੂੰ, ਸਿੱਖਾਂ ਨੂੰ ਕੈਨੇਡਾ ਦੇ ਵਿੱਚ ਆਏ ਨੂੰ ਹੋ ਗਿਆ। ਔਰ ਕੈਨੇਡਾ ਇਹਨਾਂ ਨੂੰ ਰੈਕਗਨਾਈਜ਼ ਵੀ ਕਰਦਾ ਹੈ। ਔਰ ਅੱਜ ਜੇ ਆਪਾਂ ਵਿਸਾਖੀ ਦੀ ਗੱਲ ਕਰੀਏ, ਕਿਉਂਕਿ ਤੁਸੀਂ ਵੀ ਅੱਗੇ ਇਵੈਂਟ ਕਰਾਉਣਾ, ਅਸੀਂ ਉਹ ਕਵਰ ਵੀ ਕਰਾਂਗੇ, ਤੁਹਾਡੇ ਤੱਕ ਲੈ ਕੇ ਵੀ ਆਵਾਂਗੇ। ਵਿਸਾਖੀ ਬਾਰੇ ਵੀ ਜੇ ਮੈਂ ਚਾਹੂੰਗਾ, ਵੈਸੇ ਤਾਂ ਦਰਸ਼ਕਾਂ ਨੂੰ ਅੱਜ ਕੱਲ੍ਹ ਸੋਸ਼ਲ ਮੀਡੀਆ ਆ, ਬਹੁਤ ਲੋਕ ਐਜੂਕੇਟ ਹੈਗੇ ਨੇ, ਪਰ ਫਿਰ ਵੀ ਤੁਸੀਂ ਤਜਰਬਾ ਜ਼ਿੰਦਗੀ ਦਾ ਲੰਬਾ, ਮੇਰੇ ਤੋਂ 2.5 ਗੁਣਾ, ਮਤਲਬ 2 ਸਮਾਂ ਥੋੜਾ ਤਜਰਬਾ ਹੀ ਹੈ। ਜੇ ਥੋੜਾ ਬਹੁਤ ਤੁਸੀਂ ਦਰਸ਼ਕਾਂ ਨੂੰ ਵਿਸਾਖੀ ਬਾਰੇ ਵੀ ਤੁਹਾਡੀ ਨੌਲੇਜ ਦੇ ਅਕੋਰਡਿੰਗ ਜੇ ਦੱਸ ਸਕੋ ਤਾਂ। ਦੇਖੋ, ਇੱਕ ਚੀਜ਼ ਹੈ ਕਿ ਜਿਵੇਂ ਨਾਂ ਤੋਂ ਹੀ ਅਸੀਂ ਸ਼ੁਰੂ ਕਰੀਏ, ਬਹੁਤ ਲੋਕ ਇਹਨੂੰ ਵਿਸਾਖੀ ਕਹਿੰਦੇ ਆ ਤੇ ਬਹੁਤ ਲੋਕ ਵਿਸਾਖੀ ਕਹਿੰਦੇ ਆ। ਵਿਸਾਖੀ ਔਰ ਵਿਸਾਖੀ ਦੋਨੇ ਇੱਕੋ ਚੀਜ਼ ਆ, ਸਿਰਫ ਨਾਂ ਲੈਣ 'ਚ ਫਰਕ ਆ, ਕੋਈ ਬੇਸਿਕਲੀ ਇਹਦੇ 'ਚ ਕੋਈ ਫਰਕ ਨਹੀਂ ਹੈਗਾ। ਔਰ ਜੇ ਅਸੀਂ ਗੱਲ ਕਰੀਏ, ਜਦੋਂ ਵਿਸਾਖੀ ਦਾ ਨਾਂ ਲਵਾਂਗੇ ਤਾਂ ਉਹਦੇ 'ਚ ਸਿੱਖ ਰਿਲੀਜਨ, ਸਿੱਖ ਧਰਮ ਦੀ ਬਹੁਤ ਜ਼ਿਆਦਾ ਅਹਿਮ ਗੱਲਬਾਤ ਆਊਗੀ। ਪਰ ਇਟਸ ਨਾਟ ਲਾਈਕ ਦੈਟ ਕਿ ਸਿੱਖ ਧਰਮ ਦੇ ਨਾਲ ਹੀ ਵਿਸਾਖੀ
ਸਬ ਕਨੈਕਟਡ ਹੈ। ਉਸ ਤੋਂ ਪਹਿਲੇ ਵੀ ਇਹ ਪੰਜਾਬ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ, ਬਹੁਤ ਸਾਰੇ ਜਿਹੜੇ ਕਿਸਾਨ ਨੇ ਨਾ ਜੀ, ਉਹਦੇ 'ਚ ਹਿੰਦੂ ਵੀ ਨੇ, ਉਹਦੇ 'ਚ ਸਿੱਖ ਵੀ ਨੇ, ਉਹਦਾ ਕੋਈ ਫਰਕ ਨਹੀਂ ਹੈਗਾ। ਇਹ ਉਸ ਚੀਜ਼ ਨੂੰ, ਕਿਉਂਕਿ ਇਹ ਵਾਢੀਆਂ ਦਾ ਟਾਈਮ ਸ਼ੁਰੂ ਹੁੰਦਾ ਹੈ, ਇਹ ਹਾਰਵੈਸਟਿੰਗ ਸੀਜ਼ਨ ਹੁੰਦਾ ਹੈ, ਚੰਗੀ ਫਸਲ ਹੈ, ਕਣਕਾਂ ਵੱਢਣ ਦਾ ਵੇਲਾ ਆ ਗਿਆ, ਚੰਗੀ ਜਦੋਂ ਫਸਲ ਹੁੰਦੀ ਆ, ਫਿਰ ਖਾਣ ਬੱਕਰੇ ਤੇ ਪੀਣ ਸ਼ਰਾਬਾਂ ਪੁੱਤ ਸਰਦਾਰਾਂ ਦੇ ਵਾਲੀ ਗੱਲ ਹੋ ਜਾਂਦੀ ਆ। ਫਿਰ ਉਹ ਖੁਸ਼ੀ ਮਨਾਉਂਦੇ ਆ ਕਿ ਸਾਡੀ ਹਾਰਵੈਸਟ ਬਹੁਤ ਵਧੀਆ ਹੋਈ ਆ, ਔਰ ਪਰਮਾਤਮਾ ਅੱਗੇ ਪ੍ਰੇ ਕਰਦੇ ਆ ਕਿ ਮਹਾਰਾਜ ਜਿਵੇਂ ਐਤਕੀ ਵਧੀਆ ਹੋਈ ਆ, ਅੱਗੋਂ ਵੀ ਇਸ ਤਰ੍ਹਾਂ ਹੀ ਮਿਹਰ ਭਰਿਆ ਹੱਥ ਰੱਖੀ। ਸੋ ਇਹ ਟ੍ਰੈਡੀਸ਼ਨ ਜੀ, ਨੱਚਣਾ ਟੱਪਣਾ ਗਾਣਾ ਗਿੱਧੇ ਪਾਉਣੇ, ਇਹ ਪਹਿਲਾਂ ਵੀ ਸੀਗੀ। ਪਰ ਇੱਕ ਚੀਜ਼ 1699 ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ, ਸਾਡੇ ਸਾਰਿਆਂ ਦੇ ਪਰਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਇਹ ਮਨ ਦੀ ਸੋਚ ਸੀਗੀ। ਉਹਨਾਂ ਨੇ ਇੱਕ ਵੇਲੇ ਅਨੰਦਪੁਰ ਸਾਹਿਬ ਦੇ ਵਿੱਚ ਇੱਕ ਇਕੱਠ ਦੇ ਵਿੱਚ ਉਹ ਆਏ, ਔਰ ਉਹਨਾਂ ਨੇ ਇਕੱਠ ਦੇ ਵਿੱਚ ਜਦੋਂ ਬੜੇ ਆਸੇ-ਪਾਸੇ ਪਿੰਡਾਂ ਦੇ ਸਾਰੇ ਲੋਕ ਬੈਠੇ ਸੀਗੇ, ਉਹਨਾਂ ਨੇ ਆ ਕੇ ਇੱਕ ਟੈਂਟ ਦੇ ਵਿੱਚੋਂ ਆਏ ਤੇ ਇੱਕ ਨੰਗੀ ਤਲਵਾਰ ਕੱਢ ਕੇ ਉਹਨਾਂ ਨੂੰ ਪੁੱਛਿਆ, ਲੋਕਾਂ ਨੂੰ, ਵੀ ਤੁਹਾਡੇ 'ਚ ਕੌਣ ਐਸਾ ਜਿਹੜਾ ਆਪਣੀ ਜਾਨ ਦੀ ਬਲੀ ਦੇ ਸਕਦਾ, ਕੁਰਬਾਨੀ ਦੇ ਸਕਦਾ, ਆਪਣੀ ਕੋਈ ਐਸੀ ਜਿਹੜੀ ਧਰਮ ਵਾਸਤੇ ਜੋ ਇਸ ਤਰ੍ਹਾਂ ਕੁਝ ਕਰ ਸਕਦਾ। ਹੁਣ ਜਾਨ ਸਭ ਨੂੰ ਪਿਆਰੀ ਹੁੰਦੀ ਆ। ਡਰਦੇ ਡਰਦੇ ਕੋਈ ਇੱਕ ਉੱਠਿਆ, ਫਿਰ ਦੂਜਾ ਉੱਠਿਆ, ਫਿਰ ਤੀਜਾ ਉੱਠਿਆ, 4-5 ਜਣੇ ਉਹਦੇ 'ਚੋਂ ਉੱਠੇ। ਗੁਰੂ ਸਾਹਿਬ ਉਹਨਾਂ ਨੂੰ ਟੈਂਟ 'ਚ ਲੈ ਗਏ, ਟੈਂਟ 'ਚ ਲੈ ਗਏ, ਬਾਹਰ ਆਏ, ਤੇ ਜਦੋਂ ਬਾਹਰ ਆਏ, ਜਦੋਂ 5 ਜਣੇ ਹੋ ਗਏ, ਤਾਂ ਉਹਨਾਂ ਦੇ ਹੱਥ 'ਚ ਜਿਹੜੀ ਕਿਰਪਾਨ ਸੀਗੀ ਉਹ ਲਹੂ ਨਾਲ ਭਰੀ ਹੋਈ ਸੀਗੀ। ਹਰੇਕ ਬੰਦੇ ਦੇ ਦਿਲ 'ਚ ਦਹਿਲ ਹੋ ਗਈ ਕਿ ਇਹ ਕੀ, ਬੰਦੇ ਤਾਂ ਮੁੜੇ ਨਹੀਂ, ਤੇ ਕਿਰਪਾਨ ਇਹਨਾਂ ਦੀ ਭਰੀ ਹੋਈ ਆ ਖੂਨ ਦੀ। ਹਰੇਕ ਨੂੰ ਦਹਿਲ ਹੋ ਗਿਆ। ਪਰ ਸਕੂਨ ਕਦੋਂ ਮਿਲਿਆ? ਜਦੋਂ ਉਹ 5 ਦੇ 5 ਨੂੰ ਟੈਂਟ ਦੇ ਵਿੱਚੋਂ ਲਿਆਂਦਾ ਗਿਆ। ਉਹ ਸਾਬਤ ਸਰੂਪ ਸੀ, ਉਹਨਾਂ ਦੇ ਕੋਈ ਅੰਗ ਨਹੀਂ ਸੀ ਕੱਟਿਆ ਹੋਇਆ, ਕੋਈ ਉਹਦੇ 'ਚ ਉਹਨਾਂ ਨੂੰ ਹਾਮ ਨਹੀਂ ਸੀ ਹੈਗਾ, ਔਰ ਉਹਨਾਂ ਦੇ ਦਸਤਾਰਾਂ ਬੰਨੀਆਂ ਹੋਈਆਂ ਸੀਗੀਆਂ। ਉਹ 5 ਦੇ 5 ਉਸ ਦਿਨ ਤੋਂ ਗੁਰੂ ਸਾਹਿਬ ਨੇ ਉਹ ਕੁਰਬਾਨੀ ਲੈ ਕੇ ਉਹ ਉਸ ਤੋਂ ਸਿੱਖ ਪੰਥ ਖਾਲਸਾ ਸਾਜਿਆ। ਖਾਲਸਾ ਅਸੀਂ ਕਹਿ ਸਭ ਨੂੰ ਦਿੰਦੇ, ਆਓ ਜੀ ਖਾਲਸਾ ਜੀ ਕੀ ਹਾਲ ਹੈ, ਪਰ ਖਾਲਸੇ ਦਾ ਮਤਲਬ ਸਾਬਤ ਸਰੂਪ ਜਿਹੜਾ ਬੰਦਾ, ਉਹਨੂੰ ਅਸੀਂ ਖਾਲਸਾ ਗਿਣਦੇ ਹਾਂ। ਉਸ ਦਿਨ ਤੋਂ ਖਾਲਸਾ ਦੀ ਸ਼ੁਰੂਆਤ ਕੀਤੀ ਗਈ। ਗੁਰੂ ਸਾਹਿਬ ਨੇ ਉਹਨਾਂ ਨੂੰ ਹੀ 5 ਪਿਆਰਿਆਂ ਦਾ ਰੂਪ ਦਿੱਤਾ ਗਿਆ। 5 ਲਵੇਬਲ ਪਰਸਨ, 5 ਪਿਆਰੇ, ਜਿਹੜੇ ਪਿਆਰਾ ਉਹੀ ਹੁੰਦਾ ਜਿਹੜਾ ਲਵੇਬਲ ਹੁੰਦਾ। ਉਹਨਾਂ ਨੂੰ ਪਹਿਲਾਂ ਤਾਂ ਆਪ ਅੰਮ੍ਰਿਤ ਛਕਾਇਆ, ਬਾਟੇ ਦਾ, ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ। ਨਾ ਸਿਰਫ ਉਹਨਾਂ ਨੂੰ, ਕਿਉਂਕਿ ਕਿਸੇ ਨੇ ਵਿੱਚੋਂ ਸਵਾਲ ਪੁੱਛਿਆ ਵੀ ਅਸੀਂ ਤਾਂ ਖਾਲਸਾ ਬਣਨ ਵਾਸਤੇ, ਸਿੰਘ ਬਣਨ ਵਾਸਤੇ ਸਿਰਾਂ ਦੀਆਂ ਕੁਰਬਾਨੀਆਂ ਦੇਣ ਨੂੰ ਤਿਆਰ ਹੋਏ ਸੀ। ਗੁਰੂ ਸਾਹਿਬ ਤੁਸੀਂ, ਤਾਂ ਗੁਰੂ ਸਾਹਿਬ ਨੇ ਉਹਨਾਂ ਨੂੰ ਜਦੋਂ ਅੰਮ੍ਰਿਤ ਛਕਾਇਆ, ਫਿਰ ਉਹਨਾਂ ਕੋਲੋਂ ਵੀ ਆਪ ਅੰਮ੍ਰਿਤ ਛਕਿਆ। ਸੋ ਉਸ ਦਿਨ ਤੋਂ 5 ਪਿਆਰਿਆਂ ਦੀ ਪ੍ਰਥਾ ਚੱਲ ਰਹੀ ਹੈ। ਔਰ ਆਮ ਤੌਰ ਤੇ ਜਿਹੜਾ ਆਮ ਪੰਜਾਬ 'ਚ ਗੱਲ ਕਰੀਏ, ਇੰਡੀਆ 'ਚ ਗੱਲ ਕਰੀਏ, ਅਨੰਦਪੁਰ ਸਾਹਿਬ ਇੱਕ ਉਹ ਪਵਿੱਤਰ ਜਗ੍ਹਾ ਆ ਜਿੱਥੋਂ ਖਾਲਸੇ ਦਾ ਜਨਮ ਹੋਇਆ ਉੱਥੇ। ਔਰ ਅੱਜ ਵੀ ਬਹੁਤ ਭਾਰੀ ਮੇਲਾ ਲੱਗਦਾ ਉੱਥੇ ਅਨੰਦਪੁਰ ਸਾਹਿਬ 'ਚ। ਔਰ ਬਹੁਤ ਬੰਦੇ ਐਸੇ ਨੇ ਜਿਹੜੇ ਜਿਸ ਦਿਨ ਵਿਸਾਖੀ ਹੁੰਦੀ ਆ, ਜਿਸ ਦਿਨ ਇਹ ਦਿਨ ਆਉਂਦਾ ਆ, ਉਸ ਦਿਨ ਅੰਮ੍ਰਿਤ ਛਕਦੇ ਆ ਤੇ ਇਸ ਪੰਥ ਵਿੱਚ ਜੁੜਦੇ ਆ ਜੀ। ਬਿਲਕੁਲ ਗੱਲ ਠੀਕ ਹੈ ਜੀ। ਅਸੀਂ ਵੀ ਗੀਤਾਂ 'ਚ ਵੀ ਸੁਣਿਆ, ਔਰ even ਸਕੂਲ ਛੋਟੇ ਹੁੰਦੇ ਆ ਕਹਿੰਦੇ ਮੁੱਕੀ ਕਣਕਾਂ ਦੀ ਰਾਖੀ ਵੀ ਜੱਟਾ ਆਈ ਵਿਸਾਖੀ। ਈਵਨ ਇਹ ਵੀ ਮਾਰਦਾ ਦਮਾਮੇ ਜੱਟ ਮੇਲੇ ਆ ਗਿਆ। ਔਰ ਇਦਾਂ ਦੀਆਂ ਹੋਰ ਬਹੁਤ ਸਾਰੀਆਂ ਲੋਕ ਕਥਾਵਾਂ ਹੈਗੀਆਂ ਵਾ, ਔਰ ਬਹੁਤ ਸਾਰੇ ਗਾਣੇ ਵੀ ਹੈਗੇ ਆ। ਪਰ ਇਹ ਵੀ ਇੰਪੋਰਟੈਂਟ ਚੀਜ਼ ਸੀਗੀ, ਬੇਸਿਕ ਵੀ ਥੋੜਾ ਜਿਹਾ ਕਲੀਅਰ ਹੋ ਗਿਆ। ਆਪਾਂ ਹੁਣ ਕੈਨੇਡਾ 'ਚ ਬੈਠੇ ਆ ਵਾਲੇ ਸਾਹਿਬ। ਕੈਨੇਡਾ ਦੇ ਵਿੱਚ ਵੀ ਮੈਂ ਜਿਵੇਂ ਜ਼ਿਕਰ ਕੀਤਾ ਕਿ ਬਹੁਤ ਵੱਡੀ ਗਿਣਤੀ 'ਚ ਸਿੱਖ ਆ ਚੁੱਕੇ ਆ, ਪੰਜਾਬੀ ਆ ਚੁੱਕੇ ਆ। ਔਰ ਮੈਂ ਬੜੀ ਵਾਰ ਅੱਗੇ ਵੀ ਕਿਹਾ 1914 ਉਹ ਸਮਾਂ ਸੀ ਜਦੋਂ ਪਹਿਲੀ ਵਾਰੀ ਪੰਜਾਬੀ ਕੈਨੇਡਾ ਦੀ ਧਰਤੀ ਤੇ ਆਏ। ਬਿਲਕੁਲ ਠੀਕ ਹੈ। 1914 ਦੇ ਵਿੱਚ ਸ਼ੁਰੂਆਤ ਹੋਈ ਸੀਗੀ, ਔਰ ਉਦੋਂ ਉਹਨਾਂ ਨੂੰ ਪੰਜਾਬੀ ਨਹੀਂ ਸੀ ਕਿਹਾ ਜਾਂਦਾ, ਉਦੋਂ ਉਹਨਾਂ ਨੂੰ ਹਿੰਦੁਸਤਾਨੀ ਕਿਹਾ ਜਾਂਦਾ ਸੀ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਅੱਜ ਪਿਛਲੇ ਕਈ ਸਾਲਾਂ ਤੋਂ ਕੈਨੇਡਾ ਦੇ ਵਿੱਚ ਸਿੱਖ ਹੈਰੀਟੇਜ ਮੰਥ ਵੀ ਮਨਾਇਆ ਜਾਂਦਾ, ਜਿਹੜਾ ਅਪ੍ਰੈਲ ਦਾ ਮਹੀਨਾ ਬਿਲਕੁਲ ਇਹੀ। ਔਰ ਅੱਜ ਇਵਨ ਤੁਹਾਡੇ ਆਉਣ ਤੋਂ ਪਹਿਲਾਂ ਵੀ ਮੈਂ ਦੇਖ ਰਿਹਾ ਸੀ ਸਾਡੇ ਪ੍ਰਾਈਮ ਮਿਨਿਸਟਰ ਟਰੂਡੋ ਸਾਹਿਬ ਨੇ ਵੀ ਸਾਰਿਆਂ ਨੂੰ ਜਿਹੜੀ ਹੈ ਵਿਸਾਖੀ ਦੀ ਮੁਬਾਰਕਬਾਦ ਦਿੱਤੀ ਹੈ। ਮੈਂ ਦੇਖ ਰਿਹਾ ਉਹਨਾਂ ਨੇ ਸ਼ੇਅਰ ਕੀਤੀ ਹੈ ਵੀਡੀਓ। ਕੈਨੇਡਾ ਦੀ ਗੱਲ ਕਰੀਏ ਤਾਂ ਇੱਥੇ ਬਾਰੇ ਥੋੜ੍ਹਾ ਦੱਸੋ, ਕਿਉਂਕਿ ਤੁਹਾਡੇ ਕੋਲ 17 ਸਾਲ ਦਾ ਤਜਰਬਾ। ਇੱਥੇ ਵਿਸਾਖੀ ਕਿਵੇਂ ਮਨਾਈ ਜਾਂਦੀ ਹੈ? ਬਹੁਤ ਵਧੀਆ ਜੀ। ਦੇਖੋ ਇਹਦੇ 'ਚ ਕੋਈ ਸ਼ੱਕ ਨਹੀਂ, ਜੇਕਰ ਆਪਾਂ ਦੇਖਿਆ ਜਾਵੇ, ਮੇਰੇ ਕੋਲ ਥੋੜਾ ਜਿਹਾ ਪੁਰਾਣਾ ਡਾਟਾ ਹੈ ਜੀ। 2021 ਦੀ ਜੇਕਰ ਆਪਾਂ ਗੱਲ ਕਰੀਏ ਤਾਂ ਉਹ ਤਕਰੀਬਨ 8 ਲੱਖ ਦੇ ਕਰੀਬ ਆਪਣੇ ਪੰਜਾਬੀ ਬੰਦੇ ਇੱਥੇ ਹੈਗੇ ਨੇ ਜੀ।
ਉਹਦੇ ਵਿੱਚ ਜੇਕਰ ਸਭ ਤੋਂ ਜ਼ਿਆਦਾ ਗਿਣਤੀ ਗਿਣੀ ਜਾਵੇ ਤਾਂ ਉਹ ontario 'ਚ ਹੈ, ਹਾਂਜੀ ਫੋਲੋਡ ਬਾਈ BC ਐਂਡ ਅਦਰ ਐਲਬਰਟਾ ਵਗੈਰਾ ਦੇ ਵਿੱਚ ਹੈਗਾ। ਜੀ ਔਰ ਜੋ ਵੀ ਆ ਕੇ ਇੰਨਾ ਸੌਖਾ ਨਹੀਂ ਸੀ ਹੈਗਾ, ਇਟ ਵਾਜ਼ ਨਾਟ ਅ ਕੇਕ ਵਾਕ ਵੀ ਸਰਦਾਰ ਆ ਗਏ ਤੇ ਉਹਨਾਂ ਨੂੰ ਥਾਲੀ 'ਚ ਕਿਤੇ ਪਰੋਸ ਕੇ ਕੁਝ ਮਿਲਿਆ। ਬਹੁਤ ਮਿਹਨਤ ਕੀਤੀ ਉਹਨਾਂ ਨੇ ਕੈਨੇਡਾ ਦੀ ਡਿਵੈਲਪਮੈਂਟ ਵਾਸਤੇ, ਬਿਲਕੁਲ ਬਹੁਤ ਵਧੀਆ ਰੋਲ ਕੀਤਾ। ਜੀ। ਔਰ ਇੰਜ ਖੁਸ਼ੀ ਦੀ ਗੱਲ ਇਹ ਆ ਜੀ। ਕਿ ਦੈਟ ਹੈਜ਼ ਬੀਨ ਰੈਕਗਨਾਈਜ਼ਡ। ਬਿਲਕੁਲ। ਉਹਦੀ ਅੱਜ ਦੀ ਤਰੀਕ ਵਿੱਚ ਜਦੋਂ ਆਪਣੇ ਪ੍ਰਾਈਮ ਮਿਨਿਸਟਰ ਟਰੂਡੋ ਜੀ। ਦਰਬਾਰ ਸਾਹਿਬ ਗਏ ਸੀਗੇ ਤੇ ਬੈਠ ਕੇ ਉੱਥੇ ਸਾਰੇ ਫੈਮਿਲੀ ਦੇ ਨਾਲ ਉਹਨਾਂ ਲੰਗਰ ਆਪ ਪਕਾਇਆ ਸੀਗਾ, ਬਿਲਕੁਲ। ਉੱਥੇ ਦੇਖਿਆ ਸੀ, ਸਾਡੇ ਵਾਸਤੇ ਉਹ ਬੜੀ ਮਾਣ ਦੀ ਗੱਲ ਜੀ, ਸੀਗੀ। ਬਿਲਕੁਲ। ਅੱਜ ਦੇ ਵਿੱਚ ਅੱਜ ਆਪਣੇ ਕਿਸ ਲੈਵਲ ਤੇ ਪਹੁੰਚ ਗਏ, ਕਿਸ ਸੀਨੀਅਰ ਪੋਜੀਸ਼ਨ ਤੇ ਬਿਲਕੁਲ। ਅੱਜ ਸਰਦਾਰਾਂ ਨੇ ਇੱਥੇ ਮਾਨਤਾ ਮੰਨੀ। ਕੋਈ ਡਿਸਕ੍ਰਿਮੀਨੇਸ਼ਨ ਮੈਂ ਹਿੰਦੂ ਸਿੱਖ ਦਾ ਮਸਲਾ ਨਹੀਂ ਕਰ ਰਿਹਾ, ਕਿਉਂਕਿ ਵਿਸਾਖੀ ਦੀ ਗੱਲ ਕਰ ਰਹੇ ਹਾਂ, ਰੈਫਰੈਂਸ ਵਾਸਤੇ ਆਮ ਟਾਕਿੰਗ ਜੀ। ਕਿ ਅੱਜ ਸਿੱਖਾਂ ਦੀ ਬੜੀ ਹੀ ਵਧੀਆ ਪਹਿਚਾਨ ਹੈ ਜੀ, ਜੀ। ਰੈਕੋਗਨੀਸ਼ਨ ਹੈ, ਔਰ ਸਿੱਖ ਬਹੁਤ ਵਧੀਆ ਲਾਈਫ ਸਟਾਈਲ ਇੱਥੇ ਜੀ ਰਹੇ ਨੇ। ਜੀ ਜਿਵੇਂ ਤੁਸੀਂ ਗੱਲ ਕੀਤੀ ਹੈ ਵਿਸਾਖੀ ਮਨਾਉਣ ਦੀ, ਜਿਵੇਂ ਬੈਕ ਹੋਮ ਅਸੀਂ ਕਰਦੇ ਸੀ, ਇੱਥੇ ਕੈਨੇਡਾ 'ਚ ਵੀ ਉਹੀ ਕਲਚਰ ਹੈ ਜੀ। ਜੀ। ਇੱਥੇ ਆਪਾਂ ਦੇਖਦੇ ਹਾਂ, ਕਿਉਂਕਿ ਸਿੰਘਾਂ ਦੇ ਵਿੱਚ ਇਹ ਆਮ ਪ੍ਰਚਲਿਤ ਆ ਕਿ ਜਿੱਥੇ ਥੋੜੇ ਜਿਹੇ ਵੀ ਸਿੱਖ ਹੋਣ ਉੱਥੇ ਨਿਸ਼ਾਨ ਸਾਹਿਬ ਗੱਡ ਕੇ ਆਪਣਾ ਗੁਰਦੁਆਰਾ ਸਾਹਿਬ ਜ਼ਰੂਰ ਬਣਾ ਲੈਂਦੇ ਆ। ਜੀ ਜੀ ਗੁਰੂ ਸਾਹਿਬ ਨੇ ਤਾਂ ਕਿਹਾ ਸੀ ਵੀ ਜਾਤਾਂ ਜੁੱਤਾਂ ਕਪਾਤਾਂ ਨਾ ਹੋਣ, ਪਰ ਤੁਸੀਂ ਆਮ ਦੇਖਦੇ ਆ ਇੱਥੇ ਨਾਮਧਾਰੀਆਂ ਦਾ ਗੁਰਦੁਆਰਾ, ਇੱਥੇ ਰਾਮਗੜੀਆਂ ਦਾ, ਇੱਥੇ ਦੂਜਿਆਂ ਦਾ, ਤੀਜਿਆਂ ਦਾ। ਪਰ ਗੁਰਦੁਆਰਾ ਸਾਹਿਬ ਆਮ ਤੌਰ ਤੇ ਜਦੋਂ ਵਿਸਾਖੀ ਹੁੰਦੀ ਆ, ਮੋਸਟ ਆਫ ਦੀ ਪੀਪਲ ਦੇ ਗੋ ਟੂ ਗੁਰਦੁਆਰਾ। ਜੀ। ਗੁਰਦੁਆਰੇ ਜਾ ਕੇ ਨਤਮਸਤਕ ਹੁੰਦੇ ਨੇ, ਸੋਹਣੇ ਕੱਪੜੇ ਪਾਏ ਜਾਂਦੇ ਨੇ। ਪਰ ਗੁਰਦੁਆਰੇ ਵਾਲੇ ਦਿਨ ਮਨਾਉਣ ਤੋਂ ਪਹਿਲਾਂ ਇੱਕ ਹੋਰ ਪ੍ਰਥਾ ਵੀ ਆ ਕਿ ਨਗਰ ਕੀਰਤਨ ਜ਼ਰੂਰ ਕੱਢਿਆ ਜਾਂਦਾ ਹੈ। ਜੀ ਇੱਥੇ ਟੋਰਾਂਟੋ 'ਚ ਵੀ ਹੁੰਦਾ ਹੈ, ਹੋਰ ਵੀ ਥਾਵਾਂ ਦੇ ਉੱਤੇ ਹੁੰਦਾ ਹੈ। ਨਗਰ ਕੀਰਤਨ ਦੇ ਵਿੱਚ ਦੇਖਣ ਵਾਲੀ ਇੱਕ ਮਿਸਾਲ ਹੁੰਦੀ ਹੈ। ਜਿਨ੍ਹਾਂ ਨੇ ਇੰਡੀਆ 'ਚ ਵੇਖਿਆ, ਮੈਂ ਵੀ ਦੇਖਿਆ ਜੀ, ਮੈਂ ਵੀ ਉਹਨਾਂ 'ਚੋਂ ਹੀ ਹਾਂ, ਨੋ ਡਾਊਟ ਉੱਥੇ ਹੁੰਦਾ। ਪਰ ਜੋ ਇੱਥੇ ਆ ਕੇ ਦੇਖਿਆ ਨਾ ਜੀ, ਜੋ ਸ਼ਰਧਾ ਭਾਵ ਪ੍ਰੇਮ ਜੋ ਇੱਥੇ ਦੇਖਿਆ, ਹੱਥ ਜੋੜ ਜੋੜ ਕੇ ਕੀ ਕੁਛ ਉਹ ਤੁਹਾਨੂੰ ਲੰਗਰ ਦੇ ਵਿੱਚ ਸੇਵਾ ਕਰਦੇ ਨੇ, ਕੀ ਕੁਛ ਇਰਰਿਸਪੈਕਟਿਵ ਉਹਦੇ ਵਿੱਚ ਕੋਈ ਇਹ ਨਹੀਂ ਦੇਖਦਾ ਵੀ ਇਹ ਸਰਦਾਰ ਆ ਕਿ ਹਿੰਦੂ ਆ ਕਿ ਮੁਸਲਮਾਨ ਆ ਕਿ ਗੋਰਾ ਆ। ਗੋਰੇ ਵੀ ਉੱਥੇ ਮੈਂ ਦੇਖਿਆ ਵੀ ਇਸ ਤਰ੍ਹਾਂ ਪ੍ਰਸ਼ਾਦ ਲੈਣ ਦੇ ਚੱਕਰ 'ਚ ਸਾਰੇ ਲਾਈਨ ਅਪ ਹੋਏ ਨੇ, ਔਰ ਉੱਥੇ ਬਗੈਰ ਭੇਦਭਾਵ ਤੋਂ ਬਹੁਤ ਵਧੀਆ ਸਾਰਿਆਂ ਦੀ ਸੇਵਾ ਕੀਤੀ ਜਾਂਦੀ ਹੈ। ਉੱਥੇ ਨਗਰ ਕੀਰਤਨ ਕੀਤਾ ਜਾਂਦਾ ਹੈ, ਉੱਥੇ ਉਹਨਾਂ ਨੂੰ ਸਨੈਕਸ ਕੀ ਤੇ ਲੰਗਰ ਕੀ ਬਹੁਤ ਵਧੀਆ ਕੀਤਾ ਜਾਂਦਾ। ਗੁਰਦੁਆਰਿਆਂ ਵਿੱਚ ਨਿਸ਼ਾਨ ਸਾਹਿਬ ਦੀ ਸੇਵਾ ਕੀਤੀ ਜਾਂਦੀ ਆ। ਔਰ ਜਦੋਂ ਨਿਸ਼ਾਨ ਸਾਹਿਬ ਨਗਰ ਕੀਰਤਨ 'ਚ ਜਾਂਦੇ ਆ, ਉੱਥੇ ਭੰਗੜਾ, ਉੱਥੇ ਗੱਤਕਾ, ਉੱਥੇ ਸਭ ਤੋਂ ਵੱਧ ਇੱਕ ਡਰੈਸ ਕੋਡ ਦੀ ਗੱਲ ਕਰੀਏ ਤਾਂ ਕੇਸਰੀ ਪੱਗਾਂ ਸਜਾਈਆਂ ਜਾਂਦੀਆਂ ਨੇ। ਸਰਦਾਰਾਂ ਦੀ ਪਹਿਚਾਨ ਕੇਸਰੀ ਜਿਹੜਾ ਕਲਰ ਹੈ, ਇਹ ਸਿੱਖੀ ਦੇ ਨਾਲ ਅਟੈਚ ਕੀਤਾ ਗਿਆ। ਸਰਦਾਰਾਂ ਦੀ ਪਹਿਚਾਨ ਹੀ ਇਹੀ ਹੈ ਕਿ ਉਹ ਕੇਸਰੀ ਪੱਗਾਂ ਸਜਾਉਂਦੇ। ਔਰ ਲੇਡੀਜ਼ ਜਿੰਨੀਆਂ ਨੇ, ਬੀਬੀਆਂ ਭੈਣਾਂ ਜਿਹੜੀਆਂ ਨੇ, ਉਹ ਕੇਸਰੀ ਚੁੰਨੀਆਂ ਉਹ ਲੈ ਕੇ ਜਾਂਦੀਆਂ ਨੇ ਜਾਂ ਕੇਸਰੀ ਜਚਾ ਕੇ। ਪਰ ਉਹਦੀ ਪਹਿਚਾਨ ਵੱਖਰੀ ਹੁੰਦੀ ਆ। ਔਰ ਜਦੋਂ ਇਸ ਤਰ੍ਹਾਂ ਦਾ ਨਗਰ ਕੀਰਤਨ ਹੁੰਦਾ ਜਾਂ ਗੁਰਦੁਆਰੇ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਸਮਾਗਮ ਹੁੰਦਾ, ਚੋਟੀ ਦੇ ਪੋਲੀਟੀਸ਼ੀਅਨ, ਚੋਟੀ ਦੇ ਬਿਜ਼ਨਸਮੈਨ ਮੌਕਾ ਲੱਭਦੇ ਆ ਕਿ ਉਸ ਵੇਲੇ ਜਾ ਕੇ ਉਹਦੇ ਵਿੱਚ ਸ਼ਿਰਕਤ ਕੀਤੀ ਜਾਵੇ। ਅੱਜ ਵੀ ਪ੍ਰਾਈਮ ਮਿਨਿਸਟਰ ਟਰੂਡੋ ਨੇ ਬੜੀ ਵਧੀਆ ਸਾਰੇ ਸਾਨੂੰ ਵਧਾਈ ਦਿੱਤੀ ਹੈ ਸਾਰਿਆਂ ਨੂੰ, ਔਰ ਦਿਸ ਇਜ਼ ਦਾ ਟ੍ਰੈਡੀਸ਼ਨ। ਬਿਲਕੁਲ। ਔਰ ਕੇਵਲ ਇਹ ਗੱਲ ਕੋ ਵੈਸਾ ਵਾਲੇ ਸਾਹਿਬ ਨੇ ਕਲੀਅਰ ਕਰਤਾ ਹੈ, ਐਂ ਨਹੀਂ ਹੈਗਾ ਕਿ ਜੇ ਸਿਰਫ ਸਿੱਖ ਹੈਰੀਟੇਜ ਮੰਥ ਮਨਾਇਆ ਜਾਂਦਾ, ਇੱਥੇ ਆਉਣ ਵਾਲੇ ਅਗਲੇ ਮਹੀਨੇ ਮੇਰਾ ਖਿਆਲ ਹਿੰਦੂ ਹੈਰੀਟੇਜ ਮੰਥ ਵੀ ਮਨਾਇਆ ਜਾਂਦਾ। ਸੋ ਔਰ ਸਾਡਾ ਮੇਨ ਕਾਰਨ ਕੋਈ ਇਹ ਨਹੀਂ ਹੈ ਕਿ ਅਸੀਂ ਸਿੱਖ ਜਾਂ ਹਿੰਦੂ ਨੂੰ ਪ੍ਰਮੋਟ ਕਰਨਾ ਜਾਂ ਨਹੀਂ ਪ੍ਰਮੋਟ ਕਰਨਾ। ਅਸੀਂ ਕਿਉਂਕਿ ਵਿਸਾਖੀ ਦਾ ਦਿਨ ਹੈ ਔਰ ਉਹਦੇ ਬਾਰੇ ਚਰਚਾ ਕਰ ਰਹੇ ਹਾਂ, ਇਸ ਕਰਕੇ ਕਲੀਅਰ ਜਿਹੜਾ ਕਰਨਾ ਜ਼ਰੂਰੀ। ਔਰ ਇੱਕ ਗੱਲ ਵੈਸੇ ਕਲੀਅਰ ਕਰ ਹੀ ਦਿੱਤੀ ਵਾਲੀਆ ਸਾਹਿਬ ਨੇ ਕਿ ਜਿਹੜੀ ਰੈਕਗਨੀਸ਼ਨ ਹੈ, ਜੇ ਸਿੱਖ ਹੈਰੀਟੇਜ ਮੰਥ ਮਨਾਇਆ ਜਾ ਰਿਹਾ ਕੈਨੇਡਾ ਦੇ ਵਿੱਚ, ਤਾਂ ਇਹ ਰੈਕਗਨੀਸ਼ਨ ਇਸ ਕਰਕੇ ਦਿੱਤੀ ਗਈ ਹੈ ਕਿਉਂਕਿ 100 ਸਾਲ ਤੋਂ ਜ਼ਿਆਦਾ ਸਿੱਖਾਂ ਨੇ ਕੈਨੇਡਾ ਦੇ ਵਿੱਚ ਆ ਕੇ ਕੰਮ ਕੀਤਾ, ਮਿਹਨਤ ਕੀਤੀ, ਇਕਨੋਮੀ ਬਿਲਡ ਕਰਨ 'ਚ ਹੈਲਪ ਕੀਤੀ, ਜੌਬਸ ਕੀਤੀਆਂ, ਫਿਰ ਫੈਮਲੀਜ਼ ਇੱਥੇ ਸੈਟਲ ਹੋਈਆਂ। ਉਸ ਮਿਹਨਤ ਨੂੰ ਜਿਹੜਾ ਹੈਗਾ, ਉਸ ਸਟਰਗਲ ਨੂੰ ਔਰ ਉਸ ਜਰਨੀ ਨੂੰ ਰੈਕਗਨਾਈਜ਼ ਕਰਦੇ ਹੋਏ ਜਿਹੜਾ ਇਹ ਹੈਰੀਟੇਜ ਮੰਥ ਬਣਾਇਆ ਗਿਆ। ਇਸ ਤਾਂ ਮੈਂ ਥੋੜਾ ਜਿਹਾ ਆਲਰੇਡੀ ਦੱਸਤਾ, ਪਰ ਵਾਲੇ ਸਾਹਿਬ ਤੁਸੀਂ ਵੀ ਥੋੜਾ ਐਡ ਜੇ ਕਰ ਸਕੋ ਸਿੱਖ ਹੈਰੀਟੇਜ ਮੰਥ ਦੇ ਬਾਰੇ। ਜੀ ਜ਼ਰੂਰ ਜੀ। ਅਸੀਂ ਸਾਰੇ ਭਲੀ ਭਾਂਤ ਜਾਣਦੇ ਹਾਂ ਜੀ ਕਿ ਜਿਹੜਾ ਅਪ੍ਰੈਲ ਦਾ ਮੰਥ ਹੈਗਾ ਨਾ ਜੀ, ਉਹ ਸਿੱਖ ਹੈਰੀਟੇਜ ਮੰਥ ਮਨਾਇਆ ਜਾਂਦਾ ਜੀ। ਉਹਦੇ 'ਚ ਕਰਦੇ ਅਸੀਂ ਕੀ ਹਾਂ ਕਿ ਅੱਜ ਤੱਕ ਬੜੀ ਸੋਹਣੀ ਗੱਲ ਦੱਸੀ ਹੈ, 100 ਸਾਲ ਹੋ ਗਿਆ, ਆਪਾਂ ਜੋ ਉਪਲਬਧੀਆਂ ਕੀਤੀਆਂ ਨੇ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ, ਉਹਨਾਂ ਬਾਰੇ ਜਾਣਕਾਰੀ ਲੈਂਦੇ ਹਾਂ। ਸਾਰਿਆਂ ਨੂੰ ਸਾਰੀਆਂ ਜਾਣਕਾਰੀਆਂ ਨਹੀਂ ਮਿਲਦੀਆਂ, ਤਾਂ ਉਸ ਹੈਰੀਟੇਜ ਮੰਥ ਵਾਸਤੇ ਵੱਖਰੇ ਵੱਖਰੇ ਪਲੇਟਫਾਰਮ ਦੇ ਉੱਤੇ ਕਿਉਂਕਿ ਮੰਥ ਮਨਾਇਆ ਜਾਂਦਾ, ਲੋਕਾਂ ਨਾਲ ਉਹ ਸਾਰੀ ਜਾਣਕਾਰੀ ਸ਼ੇਅਰ ਕੀਤੀ ਜਾਂਦੀ ਹੈ। ਔਰ ਅਸੀਂ ਖੁਸ਼ ਹੁੰਦੇ ਹਾਂ ਕਿ ਅਸੀਂ ਕਿੱਥੋਂ ਤੁਰੇ ਕਿੱਥੇ ਪਹੁੰਚ ਗਏ ਹਾਂ, ਔਰ ਦਿਸ ਇਜ਼ ਨਾਟ ਦੀ ਐਂਡ।
ਇਸ ਤੋਂ ਬਹੁਤ ਅੱਗੇ ਜਾਣਾ ਆ, ਕਿਉਂਕਿ ਸਿੱਖ ਹਮੇਸ਼ਾ ਹੀ ਚੜ੍ਹਦੀ ਕਲਾ 'ਚ ਰਹਿੰਦੇ ਆ। ਔਰ ਕਦੀ ਵੀ ਜ਼ਿੰਦਗੀ ਦੇ ਵਿੱਚ ਇੱਕ ਇਹ ਵਾਹਿਦ ਐਸੀ ਕੌਮ ਆ ਜਿਹੜੀ ਕਿ ਕਦੀ ਨਹੀਂ ਕਹਿੰਦੀ ਕਿ ਇਕੱਲੇ ਸਿੱਖਾਂ ਦਾ ਭਲਾ ਹੋਵੇ, ਹਮੇਸ਼ਾ ਕਹਿੰਦੀ ਸਰਬੱਤ ਦਾ ਭਲਾ। ਵੀ ਆਰ ਹੇਅਰ ਫॉर ਦੀ ਡਿਵੈਲਪਮੈਂਟ ਆਫ ਆਲ ਦਾ ਕਮਿਊਨਿਟੀਜ਼। ਅੱਜ ਇੱਥੇ ਜਿਸ ਤਰ੍ਹਾਂ ਅਸੀਂ ਇੰਡੀਆ 'ਚ ਵੀ ਦੇयर ਇਜ਼ ਨੋ ਡਾਊਟ ਕਿ ਕੋਈ ਹਿੰਦੂ ਸਿੱਖ ਦੂਸਰੇ ਦਾ ਕੋਈ ਫਰਕ ਨਹੀਂ ਹੈਗਾ, ਪਰ ਉੱਥੇ ਅੱਜ ਦੀ ਤਰੀਕ ਵਿੱਚ ਜੇਕਰ ਅਸੀਂ ਦੇਖਿਆ ਜਾਵੇ ਸਿੱਖਾਂ ਦੀ ਗਿਣਤੀ ਪੰਜਾਬ ਵਿੱਚ ਹੈਗੀ ਆ ਬੜੀ ਨੋਮੀਨਲ 2% ਦੇ ਕਰੀਬ ਸ਼ਾਇਦ ਹੈਗੀ ਆ। ਉਹ ਚੀਜ਼ ਜੋ ਕੁਝ ਸਿੱਖਾਂ ਨੇ ਉੱਥੇ ਇਨਪੁਟ ਦਿੱਤੀ ਹੋਈ ਆ, ਭਾਵੇਂ ਉਹ ਆਜ਼ਾਦੀ ਦੀ ਲੜਾਈ ਹੋਵੇ, ਭਾਵੇਂ ਉਸ ਪੰਜਾਬ 'ਚ ਖੇਤੀ ਦਾ ਹੋਵੇ, ਕੰਟਰੀਬਿਊਟ ਕੀਤਾ ਹੋਵੇ, ਜੋ ਕੁਝ ਮਿਲਿਆ ਕਿਤੇ ਨਾ ਕਿਤੇ ਫੀਲਿੰਗ ਆ ਰਹੀ ਆ ਕਿ ਉਹਨਾਂ ਪ੍ਰੋਪਰ ਉਹਨਾਂ ਨੂੰ ਵੇਟੇਜ ਨਹੀਂ ਦਿੱਤੀ ਜਾ ਰਹੀ, ਰੈਕੋਗਨੀਸ਼ਨ ਉਹਨੇ ਨਹੀਂ ਮਿਲ ਰਹੀ। ਰੀਜ਼ਨ ਦੇ ਸਕਦੇ ਔਰ ਇਹਦੇ 'ਚ ਪਰਮਿਟ ਮੀ ਟੂ ਸੇ ਸ਼ਾਇਦ ਪੋਲੀਟੀਸ਼ੀਅਨ ਦਾ ਹੱਥ ਜ਼ਿਆਦਾ ਆ। ਆਪਸ 'ਚ ਭੈਣ ਭਰਾਵਾਂ ਦਾ ਸਿੱਖ ਹਿੰਦੂ ਦਾ ਕੋਈ ਫਰਕ ਨਹੀਂ ਹੈਗਾ। ਲੋਕ ਅੱਜ ਵੀ ਉਸ ਤਰ੍ਹਾਂ ਮਿਲਦੇ। ਔਰ ਪੰਜਾਬ ਇੱਕ ਵਾਹਿਦ ਐਸੀ ਸਟੇਟ ਆ ਇੰਨੀ ਤਸ਼ੱਦਦ ਹੋਣ ਤੋਂ ਬਾਅਦ, ਇੰਨੇ ਦੁੱਖ ਭੋਗਣ ਤੋਂ ਬਾਅਦ ਅੱਜ ਵੀ ਪ੍ਰੋਸਪਰ ਆ। ਪਰ ਇੱਕ ਗੱਲ ਜ਼ਰੂਰ ਆ, ਉੱਥੇ ਅੱਜ ਦੀ ਤਰੀਕ ਵਿੱਚ ਬੜੀਆਂ ਚੀਜ਼ਾਂ ਕਮੀ ਨੇ। ਉੱਥੇ ਜੌਬ ਦੀ ਕਮੀ ਹੈ, ਅਪਰਚੁਨਿਟੀਜ਼ ਦੀ ਕਮੀ ਹੈ, ਬਿਜ਼ਨਸ ਦੇ ਉੱਥੇ ਪ੍ਰੋਬਲਮ। ਔਰ ਲੋਕਾਂ ਦੇ ਨਾ ਸਭ ਦੇ ਮਨ 'ਚ ਇਹੀ ਆ, ਮੈਂ ਫੇਸਬੁੱਕ ਦੇਖਾਂ ਦੂਜਾ ਦੇਖਾਂ, ਸਭ ਦੇ ਮਨ 'ਚ ਇੱਕ ਕੈਨੇਡਾ ਜਿਹੜਾ ਨਾ ਉਹ ਇੱਕ ਅਟਰੈਕਸ਼ਨ ਬਣ ਚੁੱਕਾ ਹੈ। ਅੱਜ ਕਿਸੇ ਨੂੰ ਪੁੱਛੋ ਨਾ ਵੀ ਤੁਸੀਂ ਆ ਬੇਟੇ ਨੂੰ ਕੀ ਕਰਾਉਣਾ, ਬੇਟੀ ਨੂੰ ਕੀ ਕਰਾਉਣਾ, ਉਹ ਕਹਿੰਦਾ ਬਸ 12ਵੀਂ ਪਾਸ ਕਰਾਉਣੀ, ਆਈਲੈਟਸ ਕਰਾਉਣਾ ਤੇ ਕੈਨੇਡਾ ਜਿੰਨੇ ਕਰਨਾ। ਔਰ ਮੈਂ ਤਾਂ ਕਈ ਵਾਰੀ ਮਜ਼ਾਕ 'ਚ ਕਹਿਣਾ ਹੁੰਨਾ ਕਿ ਜੇ ਪੰਜਾਬ ਦੇ ਉੱਤੋਂ ਇੱਕ ਨਹਿਰ ਕੈਨੇਡਾ ਦੀ ਬਣਾਈ ਜਾਵੇ ਨਾ, ਉਹਦੇ ਵਿੱਚ ਬੰਦੇ ਘੱਟ ਨਾ, ਸੌਰੀ ਮੱਛੀਆਂ ਘੱਟ ਤੇ ਬੰਦੇ ਜ਼ਿਆਦਾ ਹੋਣਗੇ ਉਹਦੇ 'ਚ। ਕੈਨੇਡਾ ਇਜ਼ ਦੈਟ ਗੁੱਡ ਅਟਰੈਕਸ਼ਨ। ਜੀ ਬਿਲਕੁਲ ਗੱਲ ਦਰੁਸਤ ਹੈ ਜੀ। ਇਹ ਤਾਂ ਆਪਾਂ ਬਹੁਤ ਵੱਡਾ ਚਰਚਾ ਦਾ ਵਿਸ਼ਾ ਹੈ, ਪਰ ਵਾਲੇ ਸਾਹਿਬ ਨਾਲ ਅੱਗੇ ਅੱਜ ਤਾਂ ਨਹੀਂ। ਇਮੀਗ੍ਰੇਸ਼ਨ ਦੀ ਗੱਲ ਤਾਂ ਖੈਰ ਪਤਾ ਨਹੀਂ ਕਰਨੀ ਚਾਹੀਦੀ ਕਿ ਨਹੀਂ, ਬਟ ਕਿਉਂਕਿ ਜੇ ਆਪਾਂ ਆਪਣੀ ਗੱਲ ਕਰ ਰਹੇ ਹਾਂ ਤਾਂ ਜੇ ਅੱਜ ਉਧਰੋਂ ਇੱਧਰ ਨੂੰ ਆ ਰਹੇ ਆ ਤਾਂ ਹੋ ਸਕਿਆ ਤਾਂ ਆਉਣ ਵਾਲੇ ਸਮੇਂ 'ਚ ਕਦੀ ਆਪਾਂ ਜ਼ਰੂਰ ਕਰਾਂਗੇ, ਰਿਵਰਸ ਇਮੀਗ੍ਰੇਸ਼ਨ ਦੀ ਗੱਲ ਵੀ ਕਰਾਂਗੇ। ਜ਼ਰੂਰ ਕਰਾਂਗੇ ਜੀ। ਉਹ ਵੀ ਸਮਾਂ ਮੈਨੂੰ ਲੱਗਦਾ ਸ਼ਾਇਦ ਆ ਜਾਣਾ ਕਿਸੇ ਨਾ ਕਿਸੇ, ਕਿਉਂਕਿ ਇੱਕ ਸੈਚੂਰੇਸ਼ਨ ਪੁਆਇੰਟ ਤਾਂ ਹੁੰਦਾ ਹੀ ਹੈ। ਸੋ ਬਟ ਬਾਕੀ ਗੱਲਾਂ ਦਰੁਸਤ ਹੈ ਜੀ। ਉੱਥੇ ਜੇ ਆਪਾਂ ਲਾਅ ਐਂਡ ਆਰਡਰ ਦੀ ਗੱਲ ਕਰ ਲਈਏ, ਸਰਕਾਰਾਂ ਦੀ ਗੱਲ ਕਰ ਲਈਏ, ਨੌਕਰੀ ਦੀ ਗੱਲ ਕਰ ਲਈਏ, ਤਨਖਾਹ ਦੀ ਗੱਲ ਕਰ ਲਈਏ, ਮਿਹਨਤਾਨੇ ਦੀ ਗੱਲ ਕਰ ਲਈਏ, ਤਾਂ ਸਾਡੇ ਪੰਜਾਬ ਦੇ ਵਿੱਚ, ਈਵਨ ਇੰਡੀਆ ਦੇ ਵਿੱਚ ਬਹੁਤ ਸਾਰੇ ਯੂਥ ਦੇ ਔਰ ਪਰਿਵਾਰਾਂ ਦੇ ਮਨਾਂ ਦੇ ਵਿੱਚ ਇਹ ਗੱਲ ਬੈਠੀ ਹੋਈ ਹੈ ਕਿ ਇੱਥੇ ਸ਼ਾਇਦ ਫਿਊਚਰ ਸੈੱਟ ਨਹੀਂ ਹੋਣਾ। ਔਰ ਸੇਫਟੀ ਦਾ ਬੜਾ ਚੱਕਰ ਹੈ, ਡਰੱਗਸ ਦਾ ਮਸਲਾ ਹੈ, ਕਈ ਮਸਲੇ। ਇਸ ਕਰਕੇ ਕਹਿੰਦੇ ਵੀ ਚਲੋ ਡਿਵੈਲਪਡ ਨੇਸ਼ਨ 'ਚ ਬੱਚਾ ਭੇਜ ਦਈਏ, 20-25 ਲੱਖ ਰੁਪਇਆ ਲੱਗਦਾ, ਬਟ ਐਟਲੀਸਟ ਇੰਨਾ ਪਤਾ ਵੀ ਸ਼ਾਇਦ ਉਹ ਸਿਕਿਉਰ ਹੈਂਡਸ ਦੇ ਵਿੱਚ ਆ। ਬਟ ਇਹ ਵੀ ਇੱਕ ਬਹੁਤ ਲੰਬਾ ਚਰਚਾ ਦਾ ਵਿਸ਼ਾ ਹੈਗਾ। ਬਟ ਕਾਫੀ ਹੱਦ ਤੱਕ ਗੱਲਾਂ ਸੱਚ ਨੇ ਜੀ, ਇਹਦੇ ਵਿੱਚ ਆਏ ਨਹੀਂ, ਮੁੱਕਰਿਆ ਨਹੀਂ ਜਾ ਸਕਦਾ। ਕੈਨੇਡਾ ਨੇ ਬਹੁਤ ਕੁਝ ਦਿੱਤਾ ਪੰਜਾਬੀਆਂ ਨੂੰ, ਸਿੱਖਾਂ ਨੂੰ, ਔਰ ਹੋਰ ਬਹੁਤ ਸਾਰੀਆਂ ਕਮਿਊਨਿਟੀਜ਼ ਨੂੰ ਵੀ ਦਿੱਤਾ। ਵਾਲੇ ਸਾਹਿਬ ਆਪਾਂ ਹੁਣ ਮੇਨ ਮਸਲੇ 'ਤੇ ਆਈਏ। ਆਉਣ ਵਾਲੇ ਮੰਗਲਵਾਰ ਨੂੰ, ਅੱਜ ਜਿਵੇਂ ਫਰਾਈਡੇ ਆ, ਵੀਕਐਂਡ ਆ ਗਿਆ, ਫਿਰ ਅਗਲੇ ਹਫਤੇ ਅੱਜ ਤੋਂ 4 ਦਿਨ ਬਾਅਦ ਟਿਊਜ਼ਡੇ ਨੂੰ ਇਵੈਂਟ ਤੁਸੀਂ ਇੱਕ ਕਰਾ ਰਹੇ ਹੋ, ਤੁਹਾਡੀ ਸੰਸਥਾ ਹੈ। ਥੋੜ੍ਹਾ ਜਿਹਾ ਸੰਸਥਾ ਬਾਰੇ ਵੀ ਬਰੀਫ ਕਰ ਦਿਓ। ਮਿਸੀਸਾਗਾ ਸੀਨੀਅਰ ਕਲਚਰਲ ਐਸੋਸੀਏਸ਼ਨ, ਜੋ ਕਿ ਪਿਛਲੇ 4 ਸਾਲ ਤੋਂ ਚੱਲ ਰਹੀ ਹੈ ਔਰ ਐਫੀਲੀਏਟਡ ਹੈ, ਵੱਡੀ ਗੱਲ ਹੈ। ਔਰ ਐਫੀਲੀਏਸ਼ਨ ਦੇ ਕੀ ਬੈਨੀਫਿਟਸ ਹੈ, ਕਿਵੇਂ ਉਹ ਵਾਲੇ ਸਾਹਿਬ ਦੱਸ ਦੇਣਗੇ। ਸੋ ਇਹ ਇੱਕ ਵਿਸਾਖੀ ਦਾ ਹੀ ਇਵੈਂਟ ਜਿਹੜਾ ਹੈ ਟਿਊਜ਼ਡੇ ਨੂੰ ਹੋਣ ਜਾ ਰਿਹਾ, ਤੇ ਮਿਸੀਸਾਗਾ ਦੇ ਵਿੱਚ ਲੋਕੇਸ਼ਨ ਔਰ ਟਾਈਮਿੰਗਸ ਜੋ ਹੈਗਾ ਵਾਲਿਆ ਸਾਹਿਬ ਤੋਂ ਹੋਰ ਤਫਸੀਲ ਦੇ ਵਿੱਚ ਜਾਣਾਂਗੇ। ਵਾਲਿਆ ਸਾਹਿਬ ਥੋੜਾ ਜਿਹਾ ਦੱਸੋ ਪ੍ਰੋਗਰਾਮ ਬਾਰੇ ਵੀ ਔਰ ਥੋੜਾ ਸੰਸਥਾ ਬਾਰੇ ਵੀ। ਜ਼ਰੂਰ ਜੀ। ਅਸੀਂ ਸਾਰੇ ਨਾ ਜਾਣਦੇ ਹਾਂ ਜੀ ਭਲੀ ਭਾਂਤ। ਮੈਂ ਕਿਤੇ ਹੋਰ ਸ਼ੇਅਰ ਕਰ ਰਿਹਾ ਸੀਗਾ ਕਿ ਅੱਜ ਦੀ ਤਰੀਕ ਵਿੱਚ ਸਾਡੇ ਜਿੰਨੇ ਵੀ ਪੰਜਾਬੀ ਕਹਿ ਲਓ, ਦੂਸਰੇ ਬੰਦੇ ਕਹਿ ਲਓ ਨਾ, ਉਹ ਇੱਥੇ ਆ ਰਹੇ ਨੇ ਤੇ ਬੱਚਿਆਂ ਦੀ ਟੇਕ ਕੇਅਰ ਕਰਦੇ, ਬੇਬੀ ਸਿਟਿੰਗ ਵਾਲੇ ਪਾਸੇ ਧਿਆਨ ਰੱਖਦੇ ਆ। ਔਰ ਉਹ ਜੌਬ ਬਹੁਤ ਘੱਟ ਕਰਦੇ ਆ ਕਈ, ਐਸਾ ਨਹੀਂ ਕਿ ਨਹੀਂ ਕਰਦੇ, ਪਰ ਬਹੁਤ ਘੱਟ ਕਰਦੇ ਆ। ਤੇ ਉਹਨਾਂ ਦਾ ਕੰਮ ਕੀ ਹੁੰਦਾ, ਪਾਰਕ 'ਚ ਬਹਿ ਗਏ, ਮਾਲ 'ਚ ਬਹਿ ਗਏ, ਉਹ ਬਸ ਗੱਲਾਂ ਬਾਤਾਂ ਕਰਕੇ ਔਰ ਵਿਹਲੀਆਂ ਗੱਲਾਂ ਕਰਦੇ ਆ। ਸੌਰੀ ਟੂ ਸੇ, ਪਰਮਿਟ ਮੀ ਟੂ ਸੇ, ਉਹ ਗੱਲਾਂ ਕੀ ਕਰਨਗੇ, ਉਹ ਮੇਰੀ ਨੂੰਹ ਨੇ ਮੈਨੂੰ ਕਦੇ ਚਾਹ ਦਾ ਕੱਪ ਨਹੀਂ ਪੁੱਛਿਆ, ਮੇਰੇ ਮੁੰਡੇ ਨੇ ਐਂ ਨਹੀਂ ਕੀਤਾ, ਮੇਰੇ ਭਰਾ। ਮੈਂ ਗੁਸਤਾਖੀ ਆ, ਮੈਂ ਉਹਨਾਂ ਨੂੰ ਇਹ ਕਹਿਣਾ ਹੁੰਨਾ ਵੀ ਜਿਹਨੂੰ ਸੁਣਾ ਰਹੇ ਹੋ ਇਹ ਜੱਜ ਲੱਗਾ ਹੋਇਆ ਵੀ ਤੁਹਾਡੇ ਘਰੇ ਫੈਸਲਾ ਕਰਾ ਦੂਗਾ ਜਾ ਕੇ, ਤੁਸੀਂ ਚੁੱਪ ਕਰੋਗੇ, ਉਹ ਸੁਣਾਉਣਾ ਸ਼ੁਰੂ ਕਰ ਦੂ। ਆਪਣੇ ਘਰ ਆਪਣਾ ਝੱਗਾ ਚੱਕ ਕੇ ਢਿੱਡ ਨੰਗਾ ਕਰਕੇ ਕੀ ਖੱਟੋਗੇ। ਅੱਜ ਅਸੀਂ ਕੋਸ਼ਿਸ਼ ਕਰੀਏ, ਅਸੀਂ ਅਵੇਅਰਨੈਸ ਲਈਏ। ਮੈਂ ਵੀ ਇੱਥੇ ਜਦੋਂ ਆਇਆ ਸੀਗਾ, ਕਿਉਂਕਿ ਮੈਂ ਤੁਹਾਨੂੰ ਦੱਸਿਆ ਕਿ ਮੈਂ ਉੱਥੇ ਇੰਸ਼ੋਰੈਂਸ ਦਾ ਬ੍ਰਾਂਚ ਮੈਨੇਜਰ ਸੀਗਾ। ਜਦੋਂ ਮੈਂ ਆਇਆ ਇੱਥੇ ਤੇ ਮੈਂ
ਗੱਡੀ ਵੀ ਨਹੀਂ ਚਲਾਉਂਦਾ ਸੀਗਾ। ਜਦੋਂ ਨਿਆਣਿਆਂ ਨੇ ਜਾਣਾ ਉਹਨਾਂ ਦੇ ਨਾਲ ਕਿਤੇ ਬਹਿ ਜਾਣਾ। ਮੇਰੇ 2 ਬੱਚੇ ਨੇ, ਦੋਨੇ ਕੈਨੇਡੀਅਨ ਸਿਟੀਜ਼ਨ ਨੇ, ਉਹਨਾਂ ਦੇ ਬੱਚੇ ਅੱਗੋਂ, ਅਸੀਂ ਸਾਰੇ ਕੈਨੇਡੀਅਨ ਸਿਟੀਜ਼ਨ ਹੈਗੇ ਆ। ਪਰ ਮੈਂ ਰੋਟੀ ਖਾਧੀ ਮੰਜੇ ਤੇ, ਰੋਟੀ ਖਾਧੀ ਮੰਜੇ ਤੇ, ਮੈਂ ਤਾਂ ਉਹ ਲਾਈਫ ਜੀ ਨਹੀਂ ਸਕਦਾ ਸੀਗਾ। ਫਿਰ ਮੈਂ ਸੋਚਿਆ ਕਿ ਮੈਂ ਦੁਬਾਰਾ ਕੁਝ ਐਕਟੀਵਿਟੀ ਕਰਾਂ। ਮੈਂ ਨੈਟਵਰਕ, ਇੱਥੇ ਨੈਟਵਰਕ ਤੋਂ ਬਗੈਰ ਗੁਜ਼ਾਰਾ ਨਹੀਂ ਹੈਗਾ। ਇਹਨੂੰ ਪਿਆਰ ਨਾਲ, ਗੁੱਸੇ ਨਾਲ, ਰਿਕੁਐਸਟ ਨਾਲ, ਜਿਵੇਂ ਮਰਜ਼ੀ ਸਮਝੋ, ਪਰ ਜੇ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣਾ ਹੈ, ਕਿਉਂਕਿ ਕੈਨੇਡਾ ਇਜ਼ ਏ ਲੈਂਡ ਆਫ ਅਪਰਚੁਨਿਟੀਜ਼। ਔਰ ਅਪਰਚੁਨਿਟੀ ਕਦੋਂ ਮਿਲਦੀਆਂ ਨੇ? ਜਦੋਂ ਤੁਹਾਡਾ ਨੈਟਵਰਕ ਬਣ ਜਾਂਦਾ। ਪਤਾ ਨਹੀਂ ਕੌਣ ਬੰਦਾ ਤੁਹਾਨੂੰ ਕਿੱਥੇ ਹੈਲਪ ਕਰ ਦੇ, ਕਿੱਥੇ ਮਿਲ ਜਾਵੇ। ਔਰ ਇਹ ਬਹੁਤ ਦੁਨੀਆ ਛੋਟੀ ਜਿਹੀ ਆ। ਕੌਣ ਬੰਦਾ ਇੱਥੇ। ਅੱਜ ਮੈਂ ਵੀ ਫਿਰ ਇੱਕ ਸੀਨੀਅਰ ਕਲੱਬ ਜੁਆਇਨ ਕੀਤਾ ਜੀ। ਸੀਨੀਅਰ ਕਲੱਬ ਜਿਹੜੇ ਇੱਥੇ ਹੈਗੇ ਨਾ, ਇਜ਼ ਦਾ ਬੈਸਟ ਵੇ ਟੂ ਐਂਟਰਟੇਨ ਯੂਅਰ ਸੈਲਫ। ਅੱਧੀਆਂ ਬਿਮਾਰੀਆਂ ਤਾਂ ਅਸੀਂ ਮੰਜੇ ਤੇ ਪੈ ਕੇ ਆਪ ਜੋੜਦੇ ਹਾਂ। ਅਸੀਂ, ਮੈਂ ਕਿਹਦੇ ਨਾਲ ਗੱਲ ਕਰਾਂ, ਕੀ ਗੱਲ ਕਰਾਂ, ਇਹ ਸਾਨੂੰ ਔਖਾ ਹੋ ਜਾਂਦਾ। ਘਰ ਬੱਚਿਆਂ ਕੋਲੇ ਟਾਈਮ ਨਹੀਂ ਹੈਗਾ। ਲੋਨਲੀਨੈਸ ਫੀਲ ਹੁੰਦੀ ਆ। ਨੂੰਹ ਵੀ ਕੰਮ ਤੇ ਚਲੇ ਗਈ, ਪੁੱਤ ਵੀ ਕੰਮ ਚਲੇ ਗਿਆ, ਭਰਾ ਵੀ ਚਲੇ, ਇਕੱਲੇ ਬੈਠੇ ਛੱਤ ਤੇ ਕੀ ਗਿਣਾਂਗੇ ਆਪਾਂ। ਫਿਰ ਉਸ ਵੇਲੇ ਬੰਦੇ ਨੂੰ ਬਿਮਾਰੀ ਲੱਗ ਜਾਂਦੀ, ਮੈਂਟਲ ਸਿਕਨੈਸ ਹੋ ਜਾਂਦੀ ਆ, ਫਿਜ਼ੀਕਲ ਉਹ ਕਪੈਸਿਟੀ ਨਹੀਂ ਰਹਿੰਦੀ। ਬੈਸਟ ਤਰੀਕਾ ਆ ਆਊਟਿੰਗ ਕਰੀਏ, ਨੈਟਵਰਕ ਕਰੀਏ, ਕਲੱਬਾਂ ਜੁਆਇਨ ਕਰੀਏ। ਔਰ ਮੈਨੂੰ ਦੱਸਦਿਆਂ ਬਹੁਤ ਖੁਸ਼ੀ ਹੋ ਰਹੀ ਆ, ਸਾਡੇ ਨਾ ਦਿਮਾਗ 'ਚ ਕਲੱਬ ਦਾ ਜਦੋਂ ਨਾਂ ਆਉਂਦਾ ਨਾ, ਸਾਡੇ ਦਿਲ 'ਚ ਇਹ ਆਉਂਦਾ ਕੋਈ ਬੜੀ ਖਰਚੇ ਵਾਲੀ ਕੰਮ ਹੋਊ, ਬੜੇ ਪੜ੍ਹੇ ਲਿਖਿਆਂ ਵਾਲੀ ਕੰਮ ਹੋਊਗਾ। ਪਤਾ ਨਹੀਂ ਕਿੰਨਾ ਕੁ ਇਹਦੇ 'ਚ ਖਰਚਾ ਆ ਜਾਣਾ। ਮੈਂ ਦੱਸਣਾ ਚਾਹ ਰਿਹਾ ਕਿ ਜਿਹੜੀਆਂ ਸੀਨੀਅਰ ਕਲੱਬਾਂ ਨੇ ਨਾ ਜੀ, ਇਹਨਾਂ ਦਾ ਗੌਰਮੈਂਟ ਇੰਨਾ ਜ਼ਿਆਦਾ ਧਿਆਨ ਕਰਦੀ ਆ। ਗੌਰਮੈਂਟ ਸੀਨੀਅਰ ਬੰਦਿਆਂ ਦਾ ਇੰਨਾ ਧਿਆਨ ਕਰਦੀ ਆ। ਅਸੀਂ ਸਾਰੇ ਜਾਣਦੇ ਹਾਂ ਕਿ ਜਦੋਂ ਅਸੀਂ ਸੀਨੀਅਰ ਹੋ ਜਾਣੇ, ਮੈਂ ਵੀ ਉਹਨਾਂ 'ਚੋਂ ਹਾਂ ਜੀ, ਮਾੜਾ ਜਿਹਾ ਚਲੋ ਸਾਨੂੰ ਇੱਥੇ ਮੈਡੀਕਲ ਫ੍ਰੀ ਹੋ ਗਿਆ ਜੀ, ਆਹ ਫ੍ਰੀ ਹੋ ਗਿਆ ਜੀ, ਉਹ ਫ੍ਰੀ ਹੋ ਗਿਆ ਜੀ। ਬੱਸਾਂ ਦੇ ਵਿੱਚ ਹੁਣ ਬਰੈਂਪਟਨ ਦੇ ਵਿੱਚ ਦੇਖਿਆ ਆਪਾਂ, ਸਫ਼ਰ ਫ੍ਰੀ ਹੋ ਗਿਆ ਜੀ। ਇਹ ਸਾਰਾ ਕੁਝ ਜੋ ਕੁਝ ਹੋਇਆ ਨਾ, ਅੱਗੋਂ ਜੋ ਫੈਸਿਲਿਟੀਆਂ ਗਵਰਨਮੈਂਟ ਦੇ ਰਹੀ ਹੈ, ਹਵਾ 'ਚ ਨਹੀਂ ਦਿੰਦੀ। ਅੱਜ ਅਸੀਂ ਜਦੋਂ ਸੀਨੀਅਰ ਬੰਦੇ ਇਕੱਠੇ ਹੋ ਕੇ ਕਲੱਬਾਂ ਦੇ ਵਿੱਚ ਗਏ, ਐਸੋਸੀਏਸ਼ਨਾਂ ਬਣਾਈਆਂ, ਸਾਡੀ ਇੱਕ ਸਟਰੈਂਥ ਬਣ ਗਈ। ਸਾਡੇ ਕੋਲ ਅੱਜ ਵੋਟਿੰਗ ਪਾਵਰ ਹੈ ਸਭ ਕੋਲ। ਅਸੀਂ ਗੱਲ ਕਰਦੇ ਹਾਂ ਗਵਰਨਮੈਂਟ ਲੈਵਲ ਤੇ, ਅਸੀਂ ਡਿਸਕਸ ਕਰਨ ਦੇ ਪੋਜੀਸ਼ਨ 'ਚ ਹੋ ਗਏ। ਅਸੀਂ ਜਾ ਕੇ ਮੇਅਰ ਨਾਲ ਗੱਲ ਕਰਦੇ ਹਾਂ ਕਿ ਸਾਡੇ ਕੋਲ ਆਹ ਚੀਜ਼ਾਂ ਚਾਹੀਦੀਆਂ ਨੇ। ਦੇयर ਇਜ਼ ਅ ਮੂਵ। ਆ ਜਿਹੜਾ ਕੁਝ ਇਹ ਹਵਾ 'ਚ ਨਹੀਂ ਹੋ ਗਿਆ ਕਿ ਬਰੈਂਪਟਨ ਦੇ ਵਿੱਚ ਸਫ਼ਰ ਫ੍ਰੀ ਹੋ ਗਿਆ, ਮਿਸੀਸਾਗਾ ਦੇ ਵਿੱਚ ਅਜੇ ਨਹੀਂ ਹੋਇਆ। ਜੇਕਰ ਕੁਝ ਹੋਇਆ, ਹੁਣ ਗਵਰਨਮੈਂਟ ਨੇ ਕੁਝ ਕੀਤਾ। ਅੱਜ ਮੈਂ ਦੱਸਣਾ ਕੀ ਚਾਹ ਰਿਹਾ ਕਿ ਗਵਰਨਮੈਂਟ ਬਹੁਤ ਜ਼ਿਆਦਾ ਪੈਸਾ ਗ੍ਰਾਂਟ ਵਿੱਚ ਦਿੰਦੀ ਆ। ਔਰ ਜੇਕਰ ਆਪਾਂ ਇਹਨੂੰ ਗੱਲ ਕਰੀਏ ਕਲੱਬ ਦੀ ਜੁਆਇਨਿੰਗ ਦੀ, ਇਹ ਖਰਚੀਲਾ ਬਿਲਕੁਲ ਨਹੀਂ ਹੈਗਾ। ਕਲੱਬ ਨੂੰ ਜੁਆਇਨ ਕਰਨਾ, ਇੱਕ ਵਾਰੀ ਘਰੋਂ ਨਿਕਲ ਕੇ ਦੇਖੋ ਤਾਂ ਸਹੀ, ਕਲੱਬ ਵਿੱਚ ਜਾ ਕੇ ਦੇਖੋ ਤਾਂ ਸਹੀ, ਦੋਸਤ ਬਣਾ ਕੇ ਤਾਂ ਦੇਖੋ ਤਾਂ ਸਹੀ। ਤੁਹਾਨੂੰ ਡਿਫਰੈਂਟ ਕਲਚਰ ਵਾਲੇ, ਪੜ੍ਹੇ ਲਿਖੇ, ਸਿਆਣੇ, ਤੁਹਾਡੀ ਚੋਇਸ ਦੇ ਹਿਸਾਬ ਨਾਲ ਉੱਥੇ ਤੁਹਾਡੇ ਫਰੈਂਡ ਬਣ ਜਾਣਗੇ, ਜਿਹੜੇ ਤੁਹਾਨੂੰ ਗੱਲਾਂ ਕਰਨਗੇ। ਔਰ ਕਿੰਨਾ ਕੁ ਮਹਿੰਗਾ ਆ ਉਹ ਵੀ ਤੁਹਾਨੂੰ ਮੈਂ ਦੱਸ ਦੇਣਾ ਜੀ। ਕਲੱਬ ਦੀ ਮੈਂਬਰਸ਼ਿਪ ਲੈਣੀ, 55 ਸਾਲ ਤੋਂ ਉੱਪਰ ਵਾਲੇ ਬੰਦਾ ਕਲੱਬ ਨੂੰ ਮੈਂਬਰ ਜੁਆਇਨ ਕਰ ਸਕਦਾ। ਔਰ ਮਹਿੰਗਾ ਕਿੰਨਾ ਕਿ ਵੱਖਰੀ ਕਲੱਬ ਦੀ ਮੈਂਬਰਸ਼ਿਪ ਵੱਖਰੀ ਆ। $10 ਤੋਂ ਲੈ ਕੇ $25-30 ਸਾਲ ਦਾ ਖਰਚਾ ਆ। ਸਾਲ ਦੀ ਗੱਲ ਕਰ ਰਿਹਾ ਮੈਂ। ਹੁਣ ਜੇਕਰ ਸਾਡੇ ਕਲੱਬ ਦੇ ਵਿੱਚ $20 ਦਾ ਫੀਸ ਹੈ ਜੀ ਸਾਲ ਦੀ। ਜੇ ਸਾਲ ਦੇ $20 ਹੋਏ ਤਾਂ $1.5 ਪੈਂਦਾ ਜੀ ਇੱਕ ਮਹੀਨੇ ਦਾ। $1.5 'ਚ ਜਦੋਂ ਉੱਥੇ ਅਸੀਂ ਜਾਂਦੇ ਹਾਂ, ਅਸੀਂ ਲੰਚ ਵੀ ਮਿਲਦਾ ਜੀ, ਉੱਥੇ ਆਪਾਂ ਨੂੰ ਕੇਕ ਵੀ ਖਾਣ ਨੂੰ ਮਿਲਦਾ, ਉੱਥੇ ਸਨੈਕਸ ਤਾਂ ਹਰ ਵਾਰੀ ਹੁੰਦੇ ਹੀ ਹੁੰਦੇ ਆ। ਕਿੰਨੇ ਦੋਸਤ ਮਿਲਦੇ, ਕਿੰਨਾ ਨੱਚਦੇ ਉੱਥੇ। ਅਸੀਂ ਅੱਜ ਇੱਕ ਬਜ਼ੁਰਗ ਆਦਮੀ ਆ, ਕਿਹੜੇ ਕੰਪਿਊਟਰ ਸੈਂਟਰ ਵਿੱਚ ਜਾ ਕੇ ਆਪਾਂ ਸਿੱਖਣਾ, ਕਿੰਨਾ ਹੈਸਟੇਸ਼ਨ ਹੁੰਦੀ ਆ। ਪਰ ਜਦੋਂ ਅਸੀਂ ਆਪਣੇ ਕਲੱਬ ਜਾਂਦੇ ਹਾਂ, ਐਬਸੋਲੂਟਲੀ ਫ੍ਰੀ ਦੇ ਵਿੱਚ ਕੰਪਿਊਟਰ ਸਿਖਾਉਂਦੇ ਆ ਜੀ ਉੱਥੇ, ਫ੍ਰੀ ਦੇ ਵਿੱਚ। ਉੱਥੇ ਅਸੀਂ ਅੱਜ ਬਹੁਤ ਫਿਜ਼ੀਕਲੀ ਠੀਕ ਨਹੀਂ ਸਮਝਦੇ, ਅਸੀਂ ਉੱਥੇ ਜਾਂਦੇ ਹਾਂ, ਹਰ ਮੀਟਿੰਗ ਦੇ ਵਿੱਚ ਬੜੇ ਹੀ ਪ੍ਰੋਫੈਸ਼ਨਲ ਤਰੀਕੇ ਨਾਲ ਯੋਗਾ ਦਾ ਉੱਥੇ ਅਭਿਆਸ ਕਰਾਇਆ ਜਾਂਦਾ ਹੈ। ਜਦੋਂ ਉੱਥੇ ਯੋਗਾ ਕਰਦੇ ਆ, ਜਿਹੜੇ ਉੱਠਣੋਂ ਔਖੇ ਨੇ ਨਾ, ਉਹ ਵੀ ਮੈਂ ਦੇਖੇ ਜ਼ੋਰ ਨਾਲ ਯੋਗਾ ਕਰਦੇ, ਐਕਟਿਵ ਹੁੰਦੇ। ਸੋ ਇਟ ਇਜ਼ ਆਲਵੇਜ਼। ਔਰ ਜਿਹੜੀ ਜਿਸ ਤਰ੍ਹਾਂ ਬਹੁਤ ਸੋਹਣੀ ਤੁਸੀਂ ਵਿੱਚ ਇੱਕ ਪੁਆਇੰਟ ਲਾਇਆ ਕਿ ਸਾਡੀ ਜਿਹੜੀ ਐਸੋਸੀਏਸ਼ਨ ਹੈ, ਦੈਟ ਇਜ਼ ਐਫੀਲੇਟਡ। ਕੁਛ ਐਸੋਸੀਏਸ਼ਨਾਂ ਨਹੀਂ ਵੀ ਐਫੀਲੇਟਡ ਹੈਗੀਆਂ। ਜਿਸ ਹਾਲ ਦੇ ਵਿੱਚ ਸਾਡੀ ਮੀਟਿੰਗ ਹੁੰਦੀ ਹੈ ਨਾ ਜੀ, ਜੇ ਅਸੀਂ ਕੋਈ ਵਿਆਹ ਸ਼ਾਦੀ ਢੰਗ ਭੱਜ ਦਾ ਕੋਈ ਹੋਰ ਕੰਮ ਕਰਨਾ ਹੋਵੇ, ਉਸੇ ਹਾਲ 'ਚ ਸ਼ਾਇਦ ਸਾਨੂੰ $1000 ਉਹਦਾ ਕਿਰਾਇਆ ਦੇਣਾ ਪਵੇ। ਪਰ ਇਸ ਕਲੱਬ, ਕਿਉਂਕਿ ਗਵਰਨਮੈਂਟ ਵੱਲੋਂ ਆ, ਐਬਸੋਲੂਟਲੀ ਫ੍ਰੀ 'ਚ ਸਾਨੂੰ ਹਾਲ ਮਿਲਦਾ ਜੀ। ਉਹ ਸਾਡਾ ਕੋਈ ਖਰਚਾ ਹੀ ਨਹੀਂ ਹੈਗਾ। ਤਾਂ ਇਸ ਕਰਕੇ ਮੈਂ ਜ਼ਰੂਰ ਰਿਕਮੈਂਡ ਕਰੂੰਗਾ। ਅਸੀਂ ਆਉਂਦੇ ਟਿਊਜ਼ਡੇ ਨੂੰ, ਅਸੀਂ ਹੋਰ ਵੀ ਸੈਲੀਬ੍ਰੇਸ਼ਨ ਕਰਦੇ ਰਹਿੰਦੇ ਹਾਂ। ਆਉਂਦੇ ਟਿਊਜ਼ਡੇ ਨੂੰ ਅਸੀਂ ਵਿਸਾਖੀ ਮਨਾ ਰਹੇ ਹਾਂ। ਇੱਥੇ ਹੋਰ ਵੀ ਕਲੱਬਾਂ ਨੇ ਜਿਹੜੀਆਂ ਡਿਫਰੈਂਟ, ਕਿਸੇ ਨੇ 14 ਨੂੰ, ਕਿਸੇ ਨੇ 13 ਨੂੰ, ਕਿਸੇ ਨੇ 15 ਨੂੰ, ਕਿਸੇ ਨੇ 17 ਨੂੰ, ਅਸੀਂ 18 ਨੂੰ ਮਨਾ ਰਹੇ ਹਾਂ ਜੀ। ਮਿਸੀਸਾਗਾ
ਸੀਨੀਅਰ ਕਲਚਰਲ ਐਸੋਸੀਏਸ਼ਨ ਸਾਡਾ ਨਾਂ ਜੀ ਮਿਸਾਗਾ ਦੇ ਵਿੱਚ, ਉੱਥੇ 1 ਤੋਂ 4 ਵਜੇ ਤੱਕ ਅਸੀਂ ਇਹ ਫੰਕਸ਼ਨ ਕਰਾਂਗੇ। ਉਹਦੇ ਵਿੱਚ ਕੋਈ ਪੋਲੀਟੀਸ਼ੀਅਨ ਵੀ ਆਉਣਗੇ, ਇੱਕ ਦੋ ਕੋਈ, ਅਸੀਂ ਇਟਸ ਨਾਟ ਅ ਪੋਲੀਟੀਕਲ ਪਲੇਟਫਾਰਮ, ਉਹ ਵੀ ਆਉਣਗੇ, ਮੇਅਰ ਵਗੈਰਾ ਆਉਣਗੇ, ਹੋਰ ਕੋਈ ਆਉਣਗੇ, ਔਰ ਸਾਡੇ ਆਪਣੇ ਮੈਂਬਰ ਹੋਣਗੇ, ਉਹਨਾਂ ਦੇ ਕੋਈ ਫੈਮਿਲੀ ਮੈਂਬਰ ਨਾਲ ਹੋਣਗੇ। ਉੱਥੇ ਇਟ ਵਿਲ ਬੀ ਫਨ ਫਿਲਡ ਫੈਸਟੀਵਲ, ਮਜ਼ਾ ਹੀ ਮਜ਼ਾ। ਉੱਥੇ ਭੰਗੜਾ ਵੀ ਹੋਏਗਾ, ਉੱਥੇ ਡਾਂਸ ਵੀ ਹੋਏਗਾ, ਉੱਥੇ ਗਿੱਧਾ ਵੀ ਹੋਏਗਾ, ਉੱਥੇ ਸਿੰਗਿੰਗ ਵੀ ਹੋਏਗੀ, ਖਾਣ ਪੀਣ ਦਾ ਸਮਾਨ ਵੀ ਬੜਾ ਹੋਏਗਾ। ਇਟ ਵਿਲ ਜਸਟ ਲਾਈਕ ਇੱਕ ਮੈਰਿਜ ਵਾਲਾ ਮਾਹੌਲ ਉੱਥੇ ਬਣਿਆ ਹੋਏਗਾ। ਔਰ ਅਸੀਂ ਆਲਮੋਸਟ ਕਿਉਂਕਿ ਹਰ ਹਾਲ ਦੀ ਇੱਕ ਲਿਮਟ ਹੁੰਦੀ ਹੈ ਸੀਟਾਂ ਦੀ, ਆਲਮੋਸਟ ਵੀ ਆਰ ਸੋਲਡ ਆਊਟ। ਬੜੀ ਨੋਮੀਨਲ ਜੀ ਟਿਕਟ ਰੱਖੀ ਸੀ ਅਸੀਂ, ਕੋਈ ਕਲੱਬ ਵਾਲੇ $5 ਰੱਖਦੇ ਆ, ਕੋਈ $10 ਰੱਖਦੇ ਆ, ਪਰ ਇਟ ਇਜ਼ ਆਲਮੋਸਟ ਸੋਲਡ ਆਊਟ। ਤੇ ਪਰ ਅਸੀਂ ਜ਼ਰੂਰ ਚਾਹਾਂਗਾ, ਮੈਂ ਕਿ ਇਹ ਨਹੀਂ ਮੈਂ ਗੱਲ ਕਰ ਰਿਹਾ ਕਿ ਸਾਡੀ ਕਲੱਬ ਜਾਂ ਕਿਸੇ ਵੀ ਸੀਨੀਅਰ ਕਲੱਬ ਦੇ ਵਿੱਚ ਟਰਾਈ ਜ਼ਰੂਰ ਕਰਿਓ, ਇੱਕ ਵਾਰੀ ਜਾ ਕੇ ਦੇਖ ਲਿਓ ਵੀ ਮਾਹੌਲ ਉੱਥੇ ਕੀ ਆ। ਤੁਹਾਡਾ ਜੀ ਕਰੂਗਾ ਕਿ ਅਸੀਂ ਉਸ ਐਕਟੀਵਿਟੀ 'ਚ ਰੈਗੂਲਰ ਪਾਰਟਿਸਿਪੇਟ ਕਰੀਏ। ਬਿਲਕੁਲ। ਸੋ ਇਹ ਜਿਸ ਹਿਸਾਬ ਨਾਲ ਵਾਲੇ ਸਾਹਿਬ ਨੇ ਦੱਸਤਾ ਹੈ ਕਿ ਐਕਟੀਵਿਟੀ ਉੱਥੇ ਕੀ ਕੀ ਹੋਣੀ ਹੈ, ਗਿੱਧਾ ਭੰਗੜਾ ਔਰ ਹੋਰ ਬਹੁਤ ਸਾਰਾ ਫਨ ਹੋਣਾ ਹੈ, ਫੂਡ ਹੋਣਾ ਹੈ। ਮੈਨੂੰ ਤਾਂ ਆਪ ਹੁਣ ਕ੍ਰਾਸਟੀ ਹੋਈ ਜਾਂਦੀ ਹੈ। ਮੈਂ ਤਾਂ ਚਲੋ ਵੈਸੇ ਤਾਂ ਅਸੀਂ ਕਵਰ ਕਰਨ ਆਉਣਾ ਹੀ ਸੀਗਾ, ਬਟ ਹੁਣ ਮੈਨੂੰ ਐਂ ਲੱਗਦਾ ਕਿ ਹੁਣ ਤਾਂ ਪੱਕਾ ਹੀ ਜਾਣਾ, ਤੇ ਟਾਈਮ ਨਾਲ ਜਾਣਾ, ਤੇ ਟਾਈਮ ਨਾਲ ਪੂਰਾ ਪ੍ਰੋਗਰਾਮ ਆਨੰਦ ਲੈ ਕੇ ਆਉਣਾ ਹੈ। ਤੇ ਬਾਕੀ ਕੁਝ ਛੋਟੀਆਂ ਮੋਟੀਆਂ ਗੱਲਾਂ ਮੈਨੂੰ ਪਤਾ ਤੁਹਾਡੇ ਦਿਮਾਗ 'ਚ ਆਉਣਗੀਆਂ ਗੀਆਂ ਕਲੱਬਾਂ ਨੂੰ ਔਰ ਉਹ ਚੀਜ਼ਾਂ ਨੂੰ ਲੈ ਕੇ, ਉਹਦੇ ਲਈ ਫਿਰ ਜਲਦੀ ਸਮਾਂ ਅਸੀਂ ਰੱਖਾਂਗੇ। ਕੋਈ ਮਸਲਾ ਨਹੀਂ ਹੈਗਾ, ਕਿਉਂਕਿ ਨਾ ਸਾਨੂੰ ਕੋਈ ਟਾਈਮ ਦਾ ਇੰਨਾ ਕੋਈ ਵੱਡਾ ਮਸਲਾ ਹੈ, ਨਾ ਸਾਨੂੰ ਕੋਈ ਲੋਕੇਸ਼ਨ ਦਾ ਮਸਲਾ ਹੈ, ਤੇ ਨਾ ਵਾਲੀਆ ਸਾਹਿਬ ਨੂੰ ਕੋਈ ਇੱਦਾਂ ਵੀ ਆਪਾਂ ਉਹਨਾਂ ਨੂੰ ਕਦੇ ਬੁਲਾ ਨਹੀਂ ਸਕਦੇ। ਸੋ ਆਪਾਂ ਕਦੀ ਨਾ ਕਦੀ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਕੋਸ਼ਿਸ਼ ਕਰਾਂਗੇ, ਔਰ ਹੋਰ ਬਹੁਤ ਸਾਰੇ ਜਿਹੜੇ ਮਸਲੇ ਹੈਗੇ ਆ ਉਹਨਾਂ ਨੂੰ ਹੋਰ ਤਫਸੀਲ ਦੇ ਵਿੱਚ ਸਮਝਾਂਗੇ, ਜਾਣਾਂਗੇ। ਅੱਜ ਮੇਨ ਫੋਕਸ ਸਾਡਾ ਵਿਸਾਖੀ ਔਰ ਇਸ ਇਵੈਂਟ ਦਾ ਸੀਗਾ। ਬਾਕੀ ਸੋਲਡ ਆਊਟ ਚਲੋ ਹੋ ਗਿਆ, ਫਿਰ ਵੀ ਜੇ ਕਿਸੇ ਨੂੰ ਬਹੁਤ ਜ਼ਿਆਦਾ ਲੱਗਿਆ ਵੀ ਜਾਣਾ ਹੀ ਜਾਣਾ, ਤਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਕੋਈ 1 2 4 ਬੰਦੇ ਜੇ ਐਡਜਸਟ ਹੁੰਦੇ ਹੋਏ ਤਾਂ ਵਾਲੇ ਸਾਹਿਬ ਨੂੰ ਬੇਨਤੀ ਕਰ ਲਾਂਗੇ। ਸਾਡੇ ਤੁਸੀਂ ਚੈਨਲ ਦੇ ਕਮੈਂਟ ਕਰਕੇ ਜਾਂ ਚੈਨਲ ਵਾਲੇ ਨੰਬਰ ਤੇ ਮੈਸੇਜ ਕਰ ਦਿਓ, ਫਿਰ ਅਸੀਂ ਬੇਨਤੀ ਕਰ ਲਾਂਗੇ ਕੁਛ ਨਾ ਕੁਛ ਐਡਜਸਟਮੈਂਟ ਜਿਹੜੀ ਹੈ ਉਹ ਐਮਰਜੈਂਸੀ ਸੀਟਾਂ ਕੋਈ 2 4 ਹੁੰਦੀਆਂ ਕਈ ਵਾਰੀ ਉਹ ਕਰ ਲਾਂਗੇ। ਬਾਕੀ ਤਜਰਬਾ ਦੇਖੋ ਗੱਲ ਚੰਗੀ ਹੈ। ਮੈਂ ਬਹੁਤ ਸਾਰੇ ਇੰਟਰਵਿਊਜ਼ ਕੀਤੇ ਆ ਕੈਨੇਡਾ 'ਚ ਬਜ਼ੁਰਗਾਂ ਦੇ, ਬੜੀਆਂ ਕੰਪਲੇਂਟਸ ਨੇ ਔਰ ਕੁਝ ਡਾਊਟ ਤਾਂ ਵਾਲੀਆ ਸਾਹਿਬ ਨੇ ਕਲੀਅਰ ਕਰਤੇ ਆ, ਬਟ ਇਹਦੇ ਉੱਪਰ ਲੰਬੀ ਚੌੜੀ ਹੋਰ ਗੱਲ ਕਰਾਂਗੇ ਕਿ ਜਿਹੜਾ ਕੋਈ ਰਹਿ ਗਿਆ ਡਾਊਟ ਸੀਨੀਅਰਸ ਰਿਲੇਟਡ ਔਰ ਕਲੱਬਾਂ ਦੇ ਰਿਲੇਟਡ, ਕੁਝ ਜੇ ਕਹਿ ਲਓ ਵੀ ਪ੍ਰੋਜ਼ ਹੈ ਤਾਂ ਕੌਨਸ ਵੀ ਹੈਗੇ, ਕੁਝ ਚੰਗਾ ਤਾਂ ਕੁਝ ਮਾੜਾ ਵੀ ਹੈਗਾ, ਬਟ ਉਹ ਆਪਾਂ ਫਿਰ ਕਿਸੇ ਦਿਨ ਕਰਾਂਗੇ। ਅੱਜ ਇਸ ਪ੍ਰੋਗਰਾਮ ਦੇ ਵਿੱਚ ਵਿਸਾਖੀ ਔਰ ਇਸ ਇਵੈਂਟ ਬਾਰੇ ਅਸੀਂ ਪੋਸਟਰ ਵੀ ਪਾ ਦਾਂਗੇ, ਤੁਸੀਂ ਦੇਖ ਸਕਦੇ ਹੋ। ਵਾਲਾ ਸਾਹਿਬ ਕੁਝ ਲਾਸਟ ਵਿੱਚ ਤੁਸੀਂ ਐਡ ਕਰਨਾ ਚਾਹੋ ਤਾਂ ਪਲੀਜ਼। ਤੁਸੀਂ ਬਹੁਤ ਤਰੀਕੇ ਨਾਲ ਅੱਜ ਤੁਹਾਡਾ ਧੰਨਵਾਦ ਜੀ, ਤੁਸੀਂ ਮੈਨੂੰ ਮੌਕਾ ਦਿੱਤਾ ਸਾਰੇ ਤੁਹਾਡੇ ਦਰਸ਼ਕਾਂ ਦੇ ਸਨਮੁਖ ਹੋਣ ਦਾ। ਔਰ ਜਿਵੇਂ ਇਹਨਾਂ ਨੇ ਕਿਹਾ ਕਿ ਇਹਨਾਂ ਨੂੰ ਵੀ ਕਿਉਰਿਓਸਿਟੀ ਹੋਈ ਹੈ, ਚੰਗੀ ਗੱਲ ਹੈ ਜੀ, ਕਿਉਰਿਓਸਿਟੀ ਹੋਈ ਹੈ, ਤਾਂ ਇਹ ਸਾਰਾ ਉੱਥੇ ਜੋ ਕਵਰੇਜ ਕਰਨਗੇ ਨਾ ਜੀ ਇਸੇ ਟੀਵੀ ਦੇ ਉੱਤੇ, ਜਦੋਂ ਤੁਸੀਂ ਫੋਟੋ ਦੇਖੋਗੇ ਕੁਝ ਨਾ ਕੁਝ ਗਲਿੰਪਸਸ ਜ਼ਰੂਰ ਦਿਖਾਣਗੇ, ਉਦੋਂ ਤੁਸੀਂ ਕਹੋਗੇ ਵਾਕਈ ਜੋ ਕਿਹਾ ਸੀ ਉਹ ਹੈਗਾ ਸੀਗਾ। ਮਤਲਬ ਹਵਾ 'ਚ ਗੱਲਾਂ ਨਹੀਂ ਕਰਦੇ ਜੀ। ਔਰ ਜਿਵੇਂ ਮੈਂ ਪਹਿਲਾਂ ਦੱਸਿਆ, ਕੋਸ਼ਿਸ਼ ਇਹ ਕਰੀਦੀ ਆ ਕਿ ਰਿਐਲਿਟੀ ਦੇ ਨੇੜੇ ਰਿਹਾ ਜਾਵੇ। ਇੱਥੇ ਅਸੀਂ ਕੋਈ ਉਹ ਮਾਰਕੀਟਿੰਗ ਕਰਨ ਵਾਸਤੇ ਨਹੀਂ ਬੈਠੇ ਵੀ ਅਸੀਂ ਕੋਈ ਮੈਂਬਰ ਬਣਾਉਣ ਵਾਸਤੇ ਜਾਂ ਟਿਕਟਾਂ ਬਣਾਉਣ ਵਾਸਤੇ, ਜਾਂ ਇਟਸ ਨਾਟ ਲਾਈਕ ਦੈਟ। ਪਰ ਯੂ ਆਲ ਆਰ ਮੋਸਟ ਵੈਲਕਮ। ਮੇਰਾ ਨੰਬਰ ਵੀ ਮੈਂ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੂੰਗਾ ਜੀ। ਮੇਰਾ ਨਾਮ ਮਨਮੋਹਨ ਸਿੰਘ ਵਾਲੀਆ ਜੀ, ਔਰ ਮੇਰਾ ਨੰਬਰ ਹੈਗਾ ਜੀ 6478537741। ਜਿਵੇਂ ਮੈਂ ਦੱਸਿਆ ਕਿ ਮੈਂ ਬੈਕ ਹੋਮ ਇੰਡੀਆ 'ਚ ਵੀ ਇੰਸ਼ੋਰੈਂਸ ਦਾ ਬ੍ਰਾਂਚ ਮੈਨੇਜਰ ਸੀਗਾ ਜੀ, ਓਰੀਐਂਟਲ ਇੰਸ਼ੋਰੈਂਸ ਦੇ ਵਿੱਚ, ਔਰ 30 ਸਾਲ ਦੇ ਕਰੀਬ ਉੱਥੇ ਜੌਬ ਕੀਤੀ ਹੈ। ਇੱਥੇ ਵੀ 9-10 ਸਾਲ ਤੋਂ, ਕਿਉਂਕਿ ਵਿਹਲਾ ਕੈਨੇਡਾ 'ਚ ਰਹਿਣਾ ਬਹੁਤ ਮੁਸ਼ਕਿਲ ਹੈ। ਇੱਥੇ ਵੀ ਮੈਂ ਹੁਣ ਇੰਸ਼ੋਰੈਂਸ ਦਾ ਆਪਣਾ ਸੈਲਫ ਇੰਪਲਾਇਡ ਹੈਗਾ ਜੀ, ਕੋਈ ਜੌਬ ਨਹੀਂ ਕਰ ਰਿਹਾ, ਪਰ ਸ਼ੌਕੀਆ ਤੌਰ ਤੇ ਇੰਸ਼ੋਰੈਂਸ ਦਾ ਕੰਮ ਕਰਦਾ। ਕੋਈ ਵੀ ਤੁਸੀਂ ਸਲਾਹ ਲੈਣੀ ਹੋਵੇ, ਸਲਾਹ ਐਬਸੋਲੂਟਲੀ ਫ੍ਰੀ ਹੈ ਜੀ। ਐਨੀ ਟਾਈਮ ਯੂ ਕੈਨ ਟਾਕ ਟੂ ਮੀ। ਕੋਈ ਹੋਰ ਇਨਫੋਰਮੇਸ਼ਨ ਲੈਣੀ ਹੋਵੇ 6478537741। ਬਹੁਤ ਧੰਨਵਾਦ ਜੀ ਤੁਹਾਡਾ। ਸੋ ਇਹ ਵੀ ਸੇਵਾ ਹੀ ਹੈ ਜੀ, ਦੇਖੋ। ਔਰ ਇਸ ਏਜ ਦੇ ਵਿੱਚ ਵੀ ਮੈਂ ਏਜ ਪੂਰੀ ਦੱਸਣੀ ਨਹੀਂ ਐਕੂਰੇਟ, ਕਿਉਂਕਿ ਮੈਨੂੰ ਪਤਾ ਦੇਖ ਕੇ ਤੁਹਾਨੂੰ 55 ਕਦੇ ਲੱਗਦੇ ਹੋਣੇ ਆ। ਤੇ ਬਾਕੀ ਠੀਕ ਹੈ, ਜ਼ਰੂਰੀ ਹੈ ਜੀ ਸਾਰਾ ਕੁਝ ਇੱਥੇ, ਤੇ ਸਮੇਂ ਦੇ ਨਾਲ ਜੇ ਆਪਾਂ ਚੱਲੀ ਜਾਵਾਂਗੇ ਤਾਂ ਚੰਗੇ ਰਹਿ ਜਾਾਂਗੇ, ਨਹੀਂ ਤਾਂ ਪਾਰਕਾਂ ਵਾਲੀ ਗੱਲ ਤਾਂ ਮੇਰੇ ਤੋਂ ਵੱਧ ਸ਼ਾਇਦ ਵਿਟਨੈਸ ਵਾਲੀਆ ਸਾਹਿਬ ਨੇ ਵੀ ਨਾ ਕੀਤੀ ਹੋਵੇ, ਕਿਉਂਕਿ ਮੈਂ ਤਾਂ ਬਰੈਂਪਟਨ, ਕੈਲਡਨ, ਮਾਲਟਨ, ਮਿਸੀਸਾਗਾ ਤੱਕ ਸ਼ਾਇਦ ਕੋਈ ਪਾਰਕ 7 ਛੱਡੀ ਨਹੀਂ।
ਤੇ ਮੈਨੂੰ ਪਤਾ ਹੈ ਜੀ ਇਹ, ਬਟ ਯੈਸ ਮੈਂ ਵੀ ਕੋਸ਼ਿਸ਼ ਕਰੂੰਗਾ, ਬਟ ਥੋੜਾ ਹੋਰ ਇਹਦੇ ਬਾਰੇ ਜਾਣਾਂਗੇ ਆਉਣ ਵਾਲੇ ਸਮੇਂ ਦੇ ਵਿੱਚ। ਤੇ ਅਸੀਂ ਥੋੜਾ ਹੋਰ, ਜਦੋਂ ਮੈਂ ਵੀ ਜਾਣਾ ਹੁਣ ਫੀਲਡ 'ਚ ਅਗਲੇ ਹਫਤੇ ਤੋਂ ਅਸੀਂ ਜਾਣਾ ਪਾਰਕਾਂ ਦੇ ਵਿੱਚ, ਤਾਂ ਅਸੀਂ ਵੀ ਥੋੜਾ ਜਿਹਾ ਪ੍ਰਮੋਟ ਵੀ ਕਰਾਂਗੇ ਕਿ ਤੁਸੀਂ ਪਾਰਕ 'ਚ ਬੈਠੇ ਹੋ, ਇਟਸ ਬੈਟਰ ਵੀ ਜੇ ਤੁਸੀਂ ਕੋਈ 10-20 ਡਾਲਰ ਦੇ ਕੇ ਕਲੱਬ 'ਚ ਜਾਂਦੇ ਹੋ ਤਾਂ ਤੁਸੀਂ ਬੜਾ ਕੁਝ ਸਿੱਖਦੇ ਹੋ, ਔਰ ਉਹ ਕੀ ਪ੍ਰੋਸੈਸ ਹੈ, ਕਿਵੇਂ $20 ਸਾਲ ਦੇ ਸਾਲ ਦੇ। ਤੇ ਫਿਲਹਾਲ ਤੁਸੀਂ, ਤੁਹਾਨੂੰ ਸਾਰਿਆਂ ਨੂੰ ਇੱਕ ਵਾਰੀ ਫਿਰ ਵਿਸਾਖੀ ਦੀਆਂ, ਖਾਲਸਾ ਸਾਜਨ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ। ਔਰ ਜਿਨ੍ਹਾਂ ਨੇ ਇਵੈਂਟ ਅਟੈਂਡ ਕਰਨਾ, ਤੁਸੀਂ ਆਪਦੀ ਤਿਆਰੀ ਕਰੋ। ਕੋਈ ਡਰੈਸ ਵਗੈਰਾ ਕੋਡ ਵੀ ਹੈ, ਕੋਈ ਕੁੜਤਾ ਕੁਛ ਨਹੀਂ ਕੋਈ ਐਸੀ ਗੱਲ ਨਹੀਂ, ਓਪਨ ਹੈ ਜੀ। ਕੋਈ ਐ ਨਹੀਂ ਹੈ ਵੀ ਕੁੜਤਾ ਚਾਦਰਾ ਹੀ ਲਾ ਕੇ ਜਾਣਾ ਹੈ, ਤੁਸੀਂ ਆਪਦਾ ਪੈਂਟ ਸ਼ਰਟ ਕੋਟ ਪੈਂਟ। ਮੀਡੋਵਿਲ ਕਮਿਊਨਿਟੀ ਸੈਂਟਰ ਦੇ ਵਿੱਚ ਸਾਡਾ ਹੈਗਾ ਜੀ, ਮੀਡੋਵਿਲ ਕਮਿਊਨਿਟੀ ਸੈਂਟਰ ਮਿਸੀਸਾਗਾ ਦੇ ਵਿੱਚ ਸਾਡੀ ਇਵੈਂਟ ਹੈ ਜੀ 1 ਤੋਂ 4 ਮੰਗਲਵਾਰ ਨੂੰ 1 ਤੋਂ 4 ਜੀ। ਸੋ ਅੱਜ ਦੇ ਇਸ ਪੇਸ਼ਕਸ਼ ਦੇ ਵਿੱਚ ਇੰਨਾ ਹੀ ਆਸ ਕਰਦੇ ਹਾਂ ਤੁਹਾਨੂੰ ਚੰਗੀ ਲੱਗੀ ਹੋਏਗੀ। ਵਾਲੇ ਸਾਹਿਬ ਇੱਕ ਵਾਰੀ ਫਿਰ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਔਰ ਹੋਰ ਅਪਡੇਟਸ ਲਈ ਤੁਸੀਂ ਬਣੇ ਰਹੋ ਕੈਨੇਡੀਅਨ ਸਾਥ ਟੀਵੀ ਦੇ ਨਾਲ। ਧੰਨਵਾਦ।